ਧਰੋਂ ਧਰਾ ਧਾਰ ਪੁਨ ਪੁਨ ਸੀਸਾ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤੇ ਬਿਨਤੀ ਸੁਨ ਕੇ ਗੁਣ ਖਾਨੀ। ਕਿਰਪਾ ਤਾਰ ਬੋਲੇ ਸ਼ੁਭ ਬਾਨੀ। ਜਬ लो हृदय न निश्चय आवा। गली तब लो जाए न पावा। वाहिगुरु जी का खालसा वाहिगुरु जी की फतेह। वाहिगुरु वाहिगुरु। महान परोपकारी शहीद सतगुरु महाराज धन धन गुरु तेग बहादुर साहब, उन्होंने दे चरण छो ये स्थान धन श्री गुरु ग्रंथ साहिब महाराज खंडा ब्रह्मंडा के स्वामी, उन्होंने दे पावन चरणों विच सुभाएमान दरबार विच जितनियां भी संगतां गुरसिख माई भाई इस वेले आन जुड़ बैठे हो, सबना नूं जी आया। धन भाग आप सबना दे जो संगत रूप विच इकत्र होए हो, और मेरे धन भाग जो इस एकत्रित संगत के दर्शन करन दा सुभाग प्राप्त होया। मानयोग ज्ञानी जी हैड ग्रंथी साहब मैनेजर समुचा प्रबंध मेरे धन्यवाद का पात्र है, जिन्होंने कृपा की है और आप संगतां दे दरम्यान बैठ के इतिहास की विचार करन दा सुभाग बख्शिया। लड़ीवार विचार करदे होया तुसां ने जरूर विचारिया होएगा कल परसों सतगुरु महाराज गुरु नानक साहब जी चलद्या कै कै नगर पहुंचे। कै कै साडे इतिहासकार लभदे ने कि यह कै कै नगर शायद कैरो का नाम है या कैरो दे विच छोटा मोटा कोई होर इलाका है, टाउन है कोई, जिन्हों असी कैरो नूं कहरा आखदे हां, जिहड़ी मिस्र दी इजिप्ट दी राजधानी है, कैपीटल सिटी है। दरअसल ना जदों सतगुरु महाराज मक्के पहुंचे सन, उत्थे जो कौतक कीता तुसां ने बड़े विस्तार दे नाल सुनिया होवेगा। जदों उत्थों सतगुरु विदा होण लगे ना, मक्के करी जय मदीने को चले, सुना काजियां हाजियां आए मिले। काजियां ने हाजियां ने सुनिया तो सारिया ने आके मिल के आख्या, उन्होंने कहा बाबा जी पीर जी तुसी नबी हो, वली अल्लाह हो, इस इलाके दे विच एक बहुत जुल्म हो रहा है। असां ने सारिया ने रोकण दा वर्जन दा यतन बड़ा कीता है पर साडी चली नहीं है। और इतिहासकार ये भी दसदे ने कि वो कहण वालियां दे विच
ਇਸ कैके ਦੇ ਇਲਾਕੇ ਦਾ ਜਿਹੜਾ ਕਾਰੂ ਆਖਿਆ ਗਿਆ ਨਾ, ਜਿਸ ਦਾ ਨਾਮ ਸੀ ਹਮੀਦ, ਹਮੀਦ ਕਾਰੂ ਦਾ ਮੁਰਸ਼ਦ ਵੀ ਵਿੱਚ ਸ਼ਾਮਲ ਸੀ, ਗੁਰੂ। ਉਹਨੇ ਵੀ ਆਖਿਆ ਵੀ ਮੇਰੀ ਨਹੀਂ ਚੱਲਦੀ, ਮੇਰੀ ਇਹ ਸੁਣਦਾ ਹੀ ਨਹੀਂ ਹੈ, ਹੁਣ ਜ਼ੁਲਮ ਬੜਾ ਕਰ ਰਿਹਾ, ਇਹਨੂੰ ਸਿੱਧੇ ਤੁਸੀਂ ਕਰ ਸਕਦੇ ਹੋ ਤੇ ਕਿਰਪਾ ਕਰੋ ਇਹਨੂੰ ਸਿੱਧੇ ਕਰੋ। ਔਰ ਤੁਸੀਂ ਅੰਦਾਜ਼ਾ ਕਰਨਾ, ਮੱਕੇ ਤੋਂ ਮਦੀਨਾ 200 ਮੀਲ ਤੋਂ ਵਧੇਰੇ ਹੈ, ਤਕਰੀਬਨ 350 ਕਿਲੋਮੀਟਰ, ਤੇ ਮਦੀਨੇ ਤੋਂ 1450 ਕਿਲੋਮੀਟਰ ਦੂਰ ਇਹ ਥਾਂ ਹੈ। 1450 ਕਿਲੋਮੀਟਰ ਕੁੱਲ ਮਿਲਾ ਕੇ ਕਿੰਨੇ ਹੋ ਗਏ ਭਲਾ? 1800 ਕਿਲੋਮੀਟਰ ਬਣਦਾ ਹੈ। ਤੁਸੀਂ ਉਹਨੂੰ ਠੀਕ ਕਰਕੇ ਆਓ ਮਹਾਰਾਜ, ਤੁਸੀਂ ਕਰ ਸਕਦੇ ਹੋ। ਸਤਿਗੁਰੂ ਸਮਰੱਥ ਤੁਰੇ ਹੀ ਸਨ, ਸੋਧਨ ਧਰਤ ਲੁਕਾਈ। ਠੀਕ ਹੈ, ਸਤਿਗੁਰੂ ਇੱਥੇ ਪਹੁੰਚੇ ਨਾ, ਤੇ ਹੁਣ ਉਹਨਾਂ ਦਾ ਆਪਣਾ ਢੰਗ ਸੀ। ਆਖਿਆ ਮਰਦਾਨਿਆਂ ਰਬਾਬ ਛੇੜ, ਸ਼ਾਮ ਦਾ ਸਮਾਂ ਸੀ, ਸ੍ਰੀ ਰਾਗ ਛੇੜਿਆ। ਗੁਰੂ ਨਾਨਕ ਸਾਹਿਬ ਸ਼ਬਦ ਪੜ੍ਹਦੇ ਨੇ, ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੀ ਕੀ ਧੋਖ, ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨਿਹਚਲ ਲੋਕ, ਦੁਨੀਆ ਕੈਸੇ ਮੁਕਾਮੇ ਕਰ ਸਿਦਕ ਕਰਨੀ, ਖਰਚ ਵਾਧੋ ਲਾਗ ਰਹੋ ਨਾਮੇ, ਮੁੱਲਾ ਤਾਂ ਆਸਨ ਕਰ ਬਹੇ, ਜੋਗੀ ਤਾਂ ਆਸਨ ਕਰ ਬਹੇ, ਮੁੱਲਾ ਬਹੇ ਮੁਕਾਮ, ਪੰਡਿਤ ਵਖਾਣੇ ਪੋਥੀਆਂ, ਸਿਧ ਬਹਿ ਦੇਵ ਸਥਾਨ। ਬੜਾ ਸੁੰਦਰ ਸ਼ਬਦ। ਸਤਿਗੁਰੂ ਮਹਾਰਾਜ ਦਾ ਗਲਾ ਬੜਾ ਸੁੰਦਰ ਸੀ, ਬੜਾ ਭਰਵਾਂ ਤੇ ਜ਼ੋਰਦਾਰ ਗਲਾ ਸੀ। ਮਹਿਲਾਂ ਤੱਕ ਗੂੰਜਾਂ ਪੈ ਗਈਆਂ। ਕੌਣ ਹੈ? ਪਤਾ ਲੱਗਾ ਕਿ ਹਿੰਦਵੀ ਫਕੀਰ ਹੈ, ਹਿੰਦ ਦਾ ਰਹਿਣ ਵਾਲਾ। ਆਏ ਸਿਪਾਹੀ, ਇਹ ਸਰੋਦ ਬੰਦ ਕੀਤੀ ਜਾਵੇ। ਸਤਿਗੁਰੂ ਆਖਿਆ ਕੌਣ ਕਹਿੰਦਾ? ਸਾਡਾ ਸੁਲਤਾਨ ਕਹਿੰਦਾ। ਹਜ਼ੂਰ ਕਹਿਣ ਲੱਗੇ ਸੁਲਤਾਨ ਨੂੰ ਬਾਹਰ ਭੇਜ ਦਿਓ। ਬਾਹਰ ਆਇਆ। ਮੈਂ ਥੋੜਾ ਜਿਹਾ ਵੱਖ ਕਹਿ ਰਿਹਾ, ਮੈਨੂੰ ਪਤਾ ਹੈ। ਤੇ ਸਤਿਗੁਰੂ ਮਹਾਰਾਜ ਬਾਹਰ ਕੰਕਰ ਚੁੱਕਦੇ ਪਏ ਸਨ। ਭਾਈ ਸਾਹਿਬ ਨੇ ਲਿਖਿਆ ਠੀਕਰੀਆਂ ਚੁੱਕਦੇ ਪਏ ਸਨ। ਇਹ ਕੀ ਗੱਲ ਹੈ? ਕਾਹਦੇ ਲਈ? ਪਰਲੋਕ ਲਿਜਾਣ ਵਾਸਤੇ। ਇਹ ਜਾ ਸਕਦੀਆਂ ਨੇ? ਕਹਿਣ ਲੱਗੇ ਹਾਂ। ਕਿਵੇਂ ਜਾ ਸਕਦੀਆਂ ਨੇ? ਕਹਿਣ ਲੱਗੇ ਜਿਵੇਂ ਤੇਰੇ 40 ਖਜ਼ਾਨੇ ਚਲੇ ਜਾਣਗੇ, 45 ਚਲੇ ਜਾਣਗੇ, ਸਾਡੀਆਂ ਠੀਕਰੀਆਂ ਚਲੀਆਂ ਜਾਣਗੀਆਂ। ਬੰਦਾ ਚੇਤਨ ਬਹੁਤ ਸੀ, ਇਹ ਨਹੀਂ ਕਿ ਨਹੀਂ। ਹੀ ਨਿਊ ਵੈਰੀ ਵੈਲ। ਉਸੇ ਵੇਲੇ ਨਾ ਜਿਹਨੂੰ ਕਹਿੰਦੇ ਨੇ ਸਿੱਧਾ ਹੋ ਗਿਆ। ਕਹਿੰਦਾ ਬਾਬਾ ਪਤਾ ਤਾਂ ਮੈਨੂੰ ਵੀ ਹੈਗਾ ਇਹ ਸਾਰਾ ਕੁਝ ਨਾਲ ਨਹੀਂ ਜਾ ਸਕਦਾ, ਪਰ ਮੈਂ ਕੀ ਕਰਾਂ? ਮੇਰੇ ਵੱਸ ਦੀ ਗੱਲ ਨਹੀਂ ਹੈ। ਮੇਰੇ ਤੋਂ ਪਹਿਲਾਂ 40 ਖਜ਼ਾਨੇ ਜੋੜ ਗਿਆ ਸੀ। ਮੈਂ ਕਿਹਾ ਮੈਂ ਵੱਧ ਖਾਂ ਤੇ ਮੈਂ 45 ਜੋੜ ਬੈਠਾ, ਤੇਰੇ ਦਿਲ ਨਹੀਂ ਕਰਦਾ। ਫਿਰ ਭਾਈ ਸੰਤੋਖ ਸਿੰਘ ਹੋਰਾਂ ਨੇ ਲਿਖਿਆ, ਇਹਨਾਂ ਦੀ ਆਪਣੀ ਇਨਫੋਰਮੇਸ਼ਨ। ਭਾਈ ਬਾਲਾ ਜੋ ਜਨਮ ਸਾਖੀ ਹੈ ਉਸ ਦੇ ਵਿੱਚ ਵੀ ਇਹੀ ਸਾਰੀ ਨੂੰ ਆਖਿਆ ਗਿਆ। ਨਸੀਹਤਨਾਮਾ ਜਿਹੜਾ ਤੁਸਾਂ ਨੇ ਸੁਣਿਆ ਪੜ੍ਹਿਆ, ਕੀਜੈ ਨੇਕ ਨਾਮੀ ਜੋ ਦੀਜੈ ਖੁਦਾਏ। ਹਾਂਜੀ, ਬਹੁਤ ਸੁੰਦਰ ਕਵਿਤਾ ਹੈ, ਬਹੁਤ ਸੁੰਦਰ। ਪਰ ਧਿਆਨ ਰੱਖਣਾ, ਇਹ ਗੁਰਬਾਣੀ ਦਾ ਹਿੱਸਾ ਨਹੀਂ ਹੈ। ਕਿਸ ਨੇ ਬਣਾਈ ਹੈ? ਕਰਤਾਰ ਜਾਣਦਾ ਹੈ। ਪਰ ਜੇ ਗੁਰਬਾਣੀ ਹੁੰਦੀ ਤੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੁੰਦੀ। ਕਵਿਤਾ ਬਹੁਤ ਸਿੱਖਿਆਦਾਇਕ ਹੈ। ਫਿਰ ਭਾਈ ਸਾਹਿਬ ਉਹਨਾਂ ਲਿਖਿਆ, ਫਿਰ ਨਾ ਜਿਵੇਂ ਬੰਦਾ ਮੋਮ ਢਲ ਜਾਂਦਾ ਹੈ ਨਾ, ਮੋਮ ਵਾਂਗੂ ਢਲ ਗਿਆ। ਗੁਰੂ ਸਾਹਿਬ ਕਹਿਣ ਲੱਗੇ ਬਹਿ ਜਾ ਇੱਥੇ। ਮੈਂ ਨਾ ਵਿਚਾਰ ਕਰ ਰਿਹਾ ਸਾਂ ਤੇ ਲਿਖ ਰਿਹਾ ਸਾਂ। ਮੈਂ ਹੈਰਾਨ ਹੋਇਆ, 45 ਖਜ਼ਾਨਿਆਂ ਦਾ ਮਾਲਕ ਜਿਹੜਾ ਕਿਸੇ ਪੀਰ ਪੈਗੰਬਰ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ, ਉਹਦੇ ਮੁਰਸ਼ਦ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ, ਤੇ ਸਤਿਗੁਰੂ ਮਹਾਰਾਜ ਬਾਹਰ ਜਿਹਨੂੰ ਕਹਿੰਦਾ ਰੜੇ ਤੇ ਬੈਠੇ ਹੋਏ ਸਨ, ਰੜੇ ਤੇ ਬੈਠੇ ਸਨ, ਕਹਿਣ ਲੱਗੇ ਇੱਥੇ ਹੀ ਬਹਿ ਜਾ। ਉੱਥੇ ਹੀ ਬੈਠ ਗਿਆ। ਫਿਰ ਦੇਖੋ
ऐसी साहब सच्चे पातशाह का तेज प्रताप, तेज प्रताप केड़ा झल्ले गुरु की चलदा। फिर अपने वालों ना दसदा है, फिर ये सारी जितनी है ना ट्रांसलेशन मानयोग भाई साहब और ने की, ये जो पहला कविता आई है ना सारी नसीहतनामा की, उसे दी ट्रांसलेशन है। आपां विचारदे हाँ, दोहराउंदे हाँ, प्यार नाल पढ़दे हाँ। इहदे विचों ना जिवें कि हुंदा ही है कि परथाए साखी महापुरख बोलदे सांझी, आखो सारे सांझी सगल जहान है। गल केवल कारू दी नहीं है, कारू तो पहला होया बीत गया। कहते ने कारू जिहड़ा सी भाई कान सिंह होरी दसदे ने, कहते ने कारू असल विच जिहड़ा हजरत मूसा सी ना, मोसिस ओदा चाचे दा पुत्र भरा सी। ये दोवें सेम टाइम ते होए ने। बड़ा कंजूस सी, बड़े खजाने उन्हें जोड़े, ते उहदे खजाने दियां चाबियां जड़ियां सी 370 खोतियां दा भार सी, 370 खोतियां दा भार चाबियां दा। कोई बंदा भावें माड़ा होवे भावें चंगा होवे ना, सिखर दा काम कर जावे, भावें बुराई सिखर दी कर जावे ते भावें उपकार सिखर दा कर जावे, लोग उहदा नाम लैके तुर पैंदे ने। फिर ये नहीं सी, ये भी कारू कहाउण लग पिया। नाम सी दा हमीद। फिर सामने बैठा होया सुनता है तो सतगुरु महाराज सच्चे पातशाह नूं जवाब देंदे ने, ये पावन सिक्ख्या किसे कारू लई तां है ही है ना, पर असी भी ध्यान रखीए जे साडे किसे दे अंदर कोई कारू वाली सुरती बैठी हुई है, बिरती टिकी हुई है, तो उस सुरती बिरती दे विच हुण गुरु नानक साहब जी का उपदेश वसना चाहिए। तुसी सारे जुड़दे हो भैणां भाई सैकड़ियां की तादाद विच। केवल अपना ये स्थान है जिथे इतना भारी इकट्ठ हुंदा है इतिहास की कथा सरवण करने वास्ते। कद लई असीं करदे हां, कद लई जुड़दे हां? ताकि जिहड़ा उपदेश सतगुरां ने समय समय आखिया, बीते समय विच आखिया, सानू उहदे तो की सेध मिलती है, असीं सारियां ने सेध लैनी है। निराकारों ते हसन की लोड़ नहीं है, किसी ते परेशान होने की लोड़ नहीं है। जे हसन की लोड़ है तो अपने आप ते हसन की लोड़ है। हद हो गई, साडे अंदर भी कारू वड़िया बैठा। जे परेशान होने की लोड़ है तो अपने आप ते परेशान होने की लोड़ है कि असी गुरु के कहा के भी अजे कारू वालियां सुरतियां बिरतियां तो अगे टप नहीं सके। यह गल करने वाली साडे विचारन वाली है। मानयोग सब्बरवाल वीर जी बड़े प्यार नाल सरवण करवाउंदे ने। मैं उन्होंने बेनती करदा सानू अगे सरवण करवाओ। साहब जी कृपा करते ने, आपां समय अनुसार चलन का यतन करिए, इतिहास की विचार करिए, सारे रसना पवित्र करो, गुरसिख माई पाई। बोलो जी वाहेगुरु, बोलो जी वाहेगुरु, बोलो जी वाहेगुरु। चौपाई तैं बिनती सुन के गुण खानी। तेह बिनती सुन के गुण खानी, उस दी बेनती सुनी, गुण खानी गुणा दी खान सतगुरु महाराज गुरु नानक साहब जी ने जी। कृपा तार बोले शुभ बानी। बहुत कृपालु हो के वाहिगुरु। गुरु नानक जैसा कृपालु कोई होवेगा? जे किसे नूरी दी भुल वेखदा सी वाहिगुरु ते तरस दे नाल तड़प उठदा सी, तड़प उठदा सी। नूरी जैतन बाणी विसर जाए, जो पक्का रोगी बिल लाए। जे कारों की गल सुनी ना ते सतगुरु महाराज फिर कृपा धार बोले गुरबानी, कृपा करके फिर वचन कीता की जी। जब लो हृदय ना निश्चय आवा। कहन लगे गल ये है, तू हुण उपदेश लेना चाहता है, समझना चाहता है, धर्म के मार्ग ते चलना चाहता है, पर तैनू साडे ते निश्चा हैगा। सब तो पहला
ਨਿਸ਼ਚਾ ਹੈਗਾ, ਪ੍ਰਤੀਤ ਹੈਗੀ ਹੈ ਜੀ। ਗੱਲੀ ਤਬ ਲੋ ਜਾਏ ਨਾ ਪਾਵਾ। ਜਦ ਤੱਕ ਅੰਦਰ ਪ੍ਰਤੀਤ ਨਹੀਂ ਹੋਵੇਗੀ, ਨਿਸ਼ਚਾ ਨਹੀਂ ਹੋਵੇਗਾ, ਗੱਲਾਂ ਦੇ ਨਾਲ ਰੱਬ ਨਹੀਂ ਪਾਇਆ ਜਾਂਦਾ ਹੁੰਦਾ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਨਾ ਸੁਖਮਨੀ ਸਾਹਿਬ ਦੇ ਵਿੱਚ, ਜੰਕੈ ਮਨ ਗੁਰ ਕੀ ਪ੍ਰਤੀਤ, ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਕੇ ਬਚਨਾਂ ਦੀ ਪ੍ਰਤੀਤ ਹੈ। ਹੁਣ ਪ੍ਰਤੀਤ ਕਾਹਦੀ ਭਲਾ? ਅਗਲੇ ਬਚਨ ਚ ਆਖਿਆ, ਜੰਕੈ ਮਨ ਗੁਰ ਕੀ ਪ੍ਰਤੀਤ ਤਿਸ ਜਾਣੇ ਆਵੈ। ਬੋਲੋ ਸਾਰੇ, ਤਿਸ ਜਾਣੇ ਆਵੈ ਹਰ ਪ੍ਰਭ ਜੀ। ਉਹ ਹਰੀ ਪ੍ਰਭੂ ਤਾਂ ਹੈਗਾ ਹੈ, ਹਰੀ ਪ੍ਰਭੂ ਦੀਆਂ ਗੱਲਾਂ ਵੀ ਕੀਤੀਆਂ ਸੁਣੀਆਂ ਜਾਂਦੀਆਂ ਨੇ। ਪਰ ਪਹਿਲਾਂ ਜਿਹੜੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਪੁੱਤਰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੁਣ ਜੇ ਤਾਂ ਗੁਰੂ ਨਾਨਕ ਨੂੰ ਕੋਈ ਮੰਨ ਕੇ ਚੱਲੇਗਾ, ਬਚਨ ਮੰਨ ਕੇ ਚੱਲੇਗਾ, ਤੇ ਫਿਰ ਆਦ ਵੀ ਸੱਚ ਹੋ ਜਾਏਗਾ, ਜੁਗਾਦ ਵੀ ਸੱਚ ਟਿਕ ਜਾਏਗਾ, ਹੈ ਵੀ ਸੱਚ ਹੋ ਜਾਏਗਾ, ਉਸੇ ਵੀ ਸੱਚ ਵੀ ਹੋ ਜਾਏਗਾ। ਨਹੀਂ ਤੇ ਠੀਕ ਹੀ ਠੀਕ ਆ। ਫਿਰ ਸਤਿਗੁਰਾਂ ਨੇ ਆਖਿਆ ਪ੍ਰਤੀਤ ਹੈ, ਨਿਸ਼ਚੈ ਹੈ, ਨਿਸ਼ਚੈ ਹੋਵੇਗਾ ਤੇ ਅੰਦਰ ਵਸੇਗਾ। ਰਹੇ ਬੰਦਗੀ ਬੀਚ ਸਦੀਵਾ। ਜਿਨ੍ਹਾਂ ਬੰਦਿਆਂ ਅੰਦਰ ਨਿਸ਼ਚਾ ਆ ਜਾਂਦਾ ਹੈ ਗੁਰੂ ਬਚਨਾਂ ਤੇ, ਉਹ ਹਮੇਸ਼ਾ ਉਸ ਕਰਤਾਰ ਦੀ ਬੰਦਗੀ ਵਿੱਚ ਜੁੜ ਜਾਂਦੇ ਨੇ। ਕਰ ਅਸਥਿਰ ਮਨ ਰਾਖੇ ਨੀਵਾ। ਉਹਨਾਂ ਦਾ ਮਨ ਟਿਕ ਜਾਂਦਾ ਹੈ ਤੇ ਮਨ ਨਿਮਰਤਾ ਵਿੱਚ ਆ ਜਾਂਦਾ ਹੈ। ਜਾਵਦ ਪ੍ਰੀਤ ਕਰੀ ਜਗ ਮਾਈ। ਜਦ ਤੱਕ ਜਗਤ ਦੇ ਨਾਲ ਪ੍ਰੀਤ ਹੈ, ਸੰਸਾਰ ਦੇ ਨਾਲ ਪ੍ਰੀਤ ਹੈ, ਤਾਵਦ ਛੂਟਨ ਇਸ ਕੋ ਨਾਈ। ਤਦ ਤੱਕ ਬੰਦਾ ਛੁੱਟਦਾ ਨਹੀਂ ਹੈ। ਜਦੋਂ ਤੱਕ ਸੰਸਾਰ ਦੇ ਨਾਲ ਪ੍ਰੀਤੀ ਹੈ ਤਦ ਤੱਕ ਛੁੱਟਦਾ ਨਹੀਂ ਹੈ। ਖਲਕ ਵਿਖੇ ਦੇਖੋ ਨਰ ਜੇਤੇ। ਪਰ ਜੇ ਇਹ ਦੇਖਿਆ ਜਾਵੇ ਕਿ ਇਸ ਸੰਸਾਰ ਦੇ ਜੋ ਅੰਦਰ ਬੈਠਾ ਹੋਇਆ ਹੈ, ਮੇਰੀ ਪ੍ਰੀਤੀ ਉਹਦੇ ਨਾਲ ਹੋਣੀ ਚਾਹੀਦੀ ਹੈ। ਜੇ ਉਹਦੇ ਨਾਲ ਪ੍ਰੀਤੀ ਹੋਵੇਗੀ ਤੇ ਫਿਰ ਇਹਨਾਂ ਸਾਰਿਆਂ ਵਿੱਚ ਉਹੀ ਦਿਸੇਗਾ, ਨਹੀਂ ਤੇ ਸੰਸਾਰ ਦਿਸੇਗਾ। ਬਚਨ ਬੜਾ ਸੂਖਮ ਹੈ, ਔਰ ਮੈਂ ਵਿਸ਼ਵਾਸ ਕਰਦਾ ਆਪ ਸਾਰੇ ਗੁਰੂ ਪਿਆਰ ਵਾਲੇ ਇਸ ਸੂਖਮਤਾ ਨੂੰ ਸਮਝਦੇ ਹੋ। ਸਭ ਸੰਸਾਰ ਹੀ ਹੈ, ਭੀੜ ਹੀ ਹੈ। ਜੇ ਅੰਦਰ ਨਿਰੰਕਾਰ ਨਹੀਂ ਤਾਂ, ਜੇ ਅੰਦਰ ਨਿਰੰਕਾਰ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਜੋ ਅੰਤਰ ਸੋ ਬਾਹਰ ਜਾਣੋ, ਘਟ ਘਟ ਜੋਤ ਸਮੋਈ ਜੀਓ, ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਅਵਰ ਨਾ ਦੂਜਾ ਕੋਈ ਜੀਓ। ਫਿਰ ਉਹ ਹੈ ਫਰੀਦੀ ਦਾ ਬਚਨ ਹੈ, ਫਰੀਦਾ ਖਾਲਕ ਖਲਕ ਮੈਂ। ਆਖੋ ਸਾਰੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀਂ। ਫਰੀਦਾ ਖਾਲਕ ਖਲਕ ਮੈਂ। ਜਿਹੜਾ ਕਰਤਾਰ ਹੈ ਉਹ ਸਾਰੀ ਖਲਕਤ ਦੇ ਵਿੱਚ ਹੈ। ਤੇ ਸਾਹਿਬ ਜੀ ਨੇ ਆਖਿਆ, ਖਲਕ ਵਿਖੇ ਦੇਖੋ ਨਰ ਜੇਤੇ। ਜਿਤਨੇ ਇਹ ਮਨੁੱਖ ਤੁਸੀਂ ਦੇਖਦੇ ਹੋ ਖਲਕਤ ਦੇ ਵਿੱਚ, ਖਾਨ ਪਾਨ ਕੇ ਮੀਤ ਸੋਤੇ ਤੇ। ਜੇ ਤੁਸੀਂ ਨਿਰੰਕਾਰ ਨਾਲ ਨਹੀਂ ਜੁੜੋਗੇ ਨਾ, ਤੁਹਾਡੇ ਅੰਦਰ ਧਰਮ ਬਿਰਤੀ ਨਹੀਂ ਆਵੇਗੀ। ਜਿਵੇਂ ਤੁਸੀਂ ਵੇਖੋਗੇ ਸੰਸਾਰ ਨਾਲ ਜੁੜਿਆ ਹੋਇਆ, ਸੰਸਾਰ ਦੇ ਸਵਾਦ, ਤੁਹਾਡਾ ਆਪਣਾ ਮਨ ਉੱਥੇ ਹੈ, ਤੇ ਤੁਹਾਡੇ ਫਿਰ ਨਿਕਟਵਰਤੀ ਕੌਣ ਹੋਣਗੇ ਭਲਾ? ਜਿਹਨੂੰ ਅਸੀਂ ਆਮ ਤੌਰ ਤੇ ਆਖਦੇ ਹਾਂ ਪਿਆਲੇ ਦੇ ਯਾਰ। ਫਿਰ ਹੋਰ ਕੀ ਹੋਏਗਾ? ਖਾਣ ਪੀਣ ਵਾਲੇ ਸਾਰੇ ਜੀ। ਜਬ ਲੋ ਖਾਵੇ ਤਬ ਲੋ ਮੀਤਾ। ਇਹਨਾਂ ਬੰਦਿਆਂ ਦਾ ਫਿਰ ਹਾਲ ਹੁੰਦਾ, ਜਦ ਤੱਕ ਤੁਹਾਡੇ ਕੋਲੋਂ ਖਾਣ ਨੂੰ ਮਿਲਦਾ ਹੈ ਤਦ ਤੱਕ ਉਹਨਾਂ ਦੀ ਤੁਹਾਡੇ ਨਾਲ ਮਿੱਤਰਤਾ ਹੈ। ਪਾਏ ਨਾ ਜਬ ਹੋਏ ਦੁਸ਼ਮਨ ਰੀਤਾ। ਤੇ ਜਦੋਂ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਫਿਰ ਮਿੱਤਰਤਾ ਤਾਂ ਕਿਤੇ ਛਾਈ ਮਾਈ ਹੋ ਜਾਂਦੀ ਹੈ, ਮਿੱਤਰ ਦੇ ਤੇ ਥਾਂ ਤੇ ਫਿਰ ਦੁਸ਼ਮਣੀ ਆਉਣ ਲੱਗ ਪੈਂਦੀ ਹੈ।
ਵੀ ਇਹਦੇ ਕੋਲ ਮਿਲਦਾ ਨਹੀਂ, ਹੁਣ ਇਹਨੂੰ ਹਟਾਓ, ਇਹਨੂੰ ਪਾਸੇ ਕਰੋ ਜੀ। अपना पर का जगत सभाए। ਵੰਡ ਹੋ ਗਈ, ਕੁਝ ਮੇਰੇ ਨੇ, ਕੁਝ ਮੇਰੇ ਨਹੀਂ, ਕੁਝ ਆਪਣੇ ਨੇ, ਕੁਝ ਪਰਾਏ ਨੇ। निर्धन भय न देखे आए। ਜਦੋਂ ਬੰਦਾ ਇਸ ਵਿਤਕਰੇਬਾਜ਼ੀ ਦਾ ਸ਼ਿਕਾਰ ਹੁੰਦਾ ਹੈ ਨਾ, ਤਾਂ ਫਿਰ ਇੱਕ ਗੱਲ ਅੱਗੇ ਹੋਰ ਬਣਦੀ ਹੈ ਬਈ ਇਹਦੇ ਕੋਲੋਂ ਸਾਨੂੰ ਮਿਲਦਾ ਨਹੀਂ, ਗਰੀਬੀ ਆ ਗਈ ਇਹਦੇ ਕੋਲ, ਹੁਣ ਇਹਦੇ ਗਰੀਬ ਕੋਲੋਂ ਅਸਾਂ ਕੀ ਲੈਣਾ ਹੈ, ਨਾ ਦੇਖੇ ਆਏ, ਫਿਰ ਤਾਂ ਕੋਈ ਮੱਥੇ ਲੱਗਣ ਲਈ ਤਿਆਰ ਨਹੀਂ ਹੁੰਦਾ। ਹਾਂਜੀ, ਅਸ ਵਿਚਾਰ ਕਰਕੇ ਉਰਮਾਈ। ਸਤਿਗੁਰੂ ਕਹਿੰਦੇ ਨੇ ਜੇ ਐਸੀ ਵਿਚਾਰ ਅੰਦਰ ਆ ਜਾਵੇ, ਮੋਹ ਕੁਟੰਬ ਤਜੋ ਕਛ ਨਾਈ। ਤਾਂ ਕੁਟੰਬ ਦਾ ਮੋਹ ਜਿਹੜਾ ਹੈ ਨਾ, ਕੁਟੰਬ ਦਾ ਮੋਹ ਉਹ ਛੱਡ ਦੇਣਾ ਚਾਹੀਦਾ ਹੈ। ਕੁਟੰਬ ਦਾ ਮੋਹ ਦੇਖਣਾ ਬਿਗਨਿੰਗ ਕਿੱਥੇ ਹੁੰਦੀ ਹੈ। ਅਸੀਂ ਤੁਸੀਂ ਬਾਹਰ ਅੰਦਰ ਕਿਤੇ ਵੀ, ਭਾਵੇਂ ਇੱਥੇ ਕੋਈ ਰਹਿੰਦਾ ਤੇ ਭਾਵੇਂ ਉੱਥੇ ਹੈ ਕੋਈ ਬਾਹਰ ਹੈ, ਪੰਜਾਬ ਵਿੱਚ ਚਾਹੇ ਪ੍ਰਦੇਸ਼ ਵਿੱਚ ਹੈ, ਮਿਹਨਤ ਕਰਨ ਨੂੰ, ਦਰਸ਼ਨਾਵਾਂ ਦੀ ਕਿਰਤ ਕਮਾਉਣ ਨੂੰ ਸਤਿਗੁਰਾਂ ਨੇ ਕਦੀ ਨਹੀਂ ਵਰਜਿਆ। ਆਖਿਆ ਕਰੋ, ਜਿੰਨਾ ਸਰੀਰ ਤੁਹਾਡਾ ਸਾਥ ਦਿੰਦਾ ਹੈ ਕਰੋ, ਕਰ ਲਓ। ਪਰ ਜੇ ਸਤਿਗੁਰਾਂ ਨੇ ਵਰਜਿਆ ਹੈ ਨਾ, ਤੇ ਵੱਡੀ ਖੋਰੀ ਤੋਂ, ਹਰਾਮ ਦਾ ਖਾਣ ਤੋਂ, ਚੋਰੀ ਯਾਰੀ ਤੋਂ ਵਰਜਿਆ, ਚੋਰੀ ਜਾਰੀ ਤੋਂ ਵਰਜਿਆ। ਤੇ ਜਿਹੜੇ ਬੰਦੇ ਕਰਦੇ ਨੇ ਕਹਿੰਦੇ ਨੇ ਵੀ ਗਿਆਨੀ ਜੀ ਕੀ ਕਰੀਏ, ਹੁਣ ਬੱਚਿਆਂ ਦਾ ਧਿਆਨ ਕਰਨਾ ਪੈਂਦਾ, ਦਾਲ ਫੁਲਕਾ ਤੋਰਨਾ ਚਾਹੀਦਾ, ਤੋਰਨਾ ਪੈਂਦਾ ਸਾਨੂੰ, ਉਹਨਾਂ ਵਾਸਤੇ ਕਰਨਾ ਹੁੰਦਾ ਹੈ। ਔਰ ਉਹਨਾਂ ਦਾ ਕਿਤੇ ਧਿਆਨ ਦੀ ਵਾਓ ਵੀ ਜਿਹੜਾ ਤੁਹਾਡੇ ਕੋਲ ਹੈਗਾ ਹੈ ਜੋ ਕੁਝ, ਉਹਦੇ ਨਾਲ ਦਾਲ ਫੁਲਕਾ ਚੱਲਦਾ ਨਹੀਂ ਹੈ, ਕੀ ਉੱਤਰ ਹੋਏਗਾ? ਮੰਨ ਲਓ ਵੀ ਕਿਸੇ ਦਾ ਬਹੁਤ ਅੱਛਾ ਨਹੀਂ ਚੱਲ ਰਿਹਾ, ਇਹ ਵੀ ਗੱਲ ਮੰਨੀ ਜਾ ਸਕਦੀ ਕਿਸੇ ਹੱਦ ਤੱਕ, ਬਹੁਤ ਅੱਛਾ ਨਹੀਂ ਚੱਲ ਰਿਹਾ, ਪਰ ਕੀ ਤੁਹਾਡੇ ਜੀ ਆਖਦੇ ਨੇ, ਬੱਚੇ ਆਖਦੇ ਨੇ, ਪਰਿਵਾਰ ਆਖਦਾ ਹੈ, ਜਿਹਦੇ ਨਾਲ ਤੁਸੀਂ ਮੋਹ ਕਰਦੇ ਹੋ ਜਾਂ ਸਮਝਦੇ ਹੋ ਵੀ ਇਹਨਾਂ ਦੀ ਜ਼ਿੰਮੇਵਾਰੀ ਸਾਰਿਆਂ ਦੀ ਮੇਰੇ ਸਿਰ ਤੇ ਹੈ, ਉਹਨਾਂ ਨੇ ਕਦੀ ਆਖਿਆ ਵੀ ਤੁਸੀਂ ਵਲ ਛਲ ਕਰਕੇ ਸਾਡੇ ਵਾਸਤੇ ਲੈ ਕੇ ਆਓ? ਪਰ ਜੇ ਮੈਂ ਹੁਣ ਸ਼ਬਦ ਇੱਥੇ ਅਸੀਂ ਵਰਤ ਲਵਾਂ, ਹਾਂਜੀ, ਥੋੜਿਆਂ ਨੂੰ ਛੱਡ ਕੇ ਬਹੁਤਿਆਂ ਦਾ ਹਾਲ ਤਾਂ ਫਿਰ ਐਸਾ ਹੀ ਹੈ। ਅਸੀਂ ਮੋਹ ਦੇ ਵਿੱਚ ਆਏ ਹੋਏ, ਫਸੇ ਹੋਏ, ਜਿਹੜਾ ਕੰਮ ਨਹੀਂ ਕਰਨ ਵਾਲਾ ਹੁੰਦਾ ਉਹ ਕਰਨ ਵਾਲੇ ਵਾਸਤੇ ਅਸੀਂ ਤਿਆਰ ਹੋ ਜਾਂਦੇ ਆ। ਧਰਮ ਦੀ ਪਰਵਾਹ ਨਹੀਂ ਕਰਦੇ, ਧਰਮ ਗੁਰੂ ਦੇ ਬਚਨ ਦੀ ਪਰਵਾਹ ਨਹੀਂ ਕਰਦੇ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ, ਕਹਿਣ ਲੱਗੇ ਨਹੀਂ, ਕੁਟੰਬ ਦੀ ਪ੍ਰੀਤ ਛੱਡ ਦਿਓ। ਇੱਥੇ ਪ੍ਰੀਤ ਸ਼ਬਦ ਤੋਂ ਭਾਵ ਹੈ ਜਿਹਨੂੰ ਮੋਹ ਆਖਿਆ ਜਾਂਦਾ ਹੈ, ਮੋਹ, ਅਟੈਚਮੈਂਟ। ਵਾਹਿਗੁਰੂ ਜੀ ਨੇ ਜਿਸ ਨੇ ਸਾਨੂੰ ਜੀ ਦਿੱਤੇ ਨੇ, ਉਹਨਾਂ ਜੀਆਂ ਦਾ ਪਿਆਰ ਕਰਨਾ, ਧਿਆਨ ਰੱਖਣਾ, ਇਹ ਸਾਡਾ ਇਨਸਾਨੀਅਤ ਦਾ ਫਰਜ਼ ਹੈ, ਇਨਸਾਨੀਅਤ ਦਾ ਤਕਾਜ਼ਾ ਹੈ। ਪਰ ਉਹਨਾਂ ਦੇ ਮੋਹ ਵਿੱਚ ਆ ਕੇ ਕਮਲੇ ਹੋ ਜਾਣਾ, ਸਤਿਗੁਰੂ ਮਹਾਰਾਜ ਇੱਥੋਂ ਸੁਚੇਤ ਕਰਦੇ ਨੇ, ਇੱਥੋਂ ਇਹ ਕੁਟੰਬ ਦਾ ਮੋਹ ਜਿਹੜਾ ਹੈ ਨਾ, ਇਸ ਨੂੰ ਤਿਆਗ ਦਿਓ ਜੀ। ਦੋਹਰਾ ਧਨ ਲੋ ਇਨ ਕੀ ਮੀਤਤਾ, ਦੁੱਖ ਮੇ ਕਾਮ ਨ ਆਏ। ਫਿਰ ਸਤਿਗੁਰਾਂ ਦਾ ਉਪਦੇਸ਼ ਲਗਾਤਾਰ ਜਾਰੀ ਹੈ। ਕਹਿੰਦੇ ਨੇ ਜਿਹੜੇ ਬੰਦੇ ਤੁਹਾਡੇ ਨਾਲ ਸਿਰਫ ਧਨ ਕਰਕੇ ਜੁੜਦੇ ਨੇ ਨਾ, ਤੇ ਚੇਤੇ ਰੱਖਣਾ ਉਹਨਾਂ ਦੀ ਮਿੱਤਰਤਾ ਤੁਹਾਡੇ ਨਾਲ ਨਹੀਂ, ਤੁਹਾਡੇ ਧਨ ਦੇ ਨਾਲ ਹੈ ਜੀ। ਦੁੱਖ ਸੁਖ ਕਰੇ ਸਹਾਇਤਾ, ਐਸਾ ਏਕ ਖੁਦਾਏ। ਪਰ ਜਿਸ ਵੇਲੇ ਇਹਨਾਂ ਨੂੰ ਤੁਹਾਡੇ ਕੋਲੋਂ ਧਨ ਨਹੀਂ ਮਿਲਦਾ, ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ, ਹਨਾਉਣ ਵਾਸਤੇ, ਵਰਤਣ ਵਾਸਤੇ, ਕਿਸੇ ਰੂਪ ਦੇ ਵਿੱਚ ਨਹੀਂ ਮਿਲਦਾ, ਛੱਡ ਕੇ ਭੱਜ ਜਾਣਗੇ। ਫਿਰ ਛੱਡ ਕੇ ਜਿਹੜੇ ਭੱਜ ਜਾਂਦੇ ਨੇ, ਭੱਜਣ ਲੱਗਿਆ ਨਹੀਂ ਵੇਖਦੇ ਬਈ ਹੁਣ ਤੁਹਾਨੂੰ ਦੁੱਖ ਹੈ, ਤੁਹਾਨੂੰ ਸੁੱਖ ਹੈ, ਤੁਹਾਨੂੰ ਹੁਣ ਭੀੜਾ ਹੈ। ਸਤਿਗੁਰੂ ਕਹਿਣ ਲੱਗੇ ਫਿਰ ਤੁਸੀਂ ਵਿਚਾਰਿਆ ਕਦੀ ਕਿ ਜਿਸ ਵੇਲੇ ਇਹ ਸਾਰੇ ਛੱਡ ਜਾਂਦੇ ਨੇ, ਉਸ ਵੇਲੇ ਮਦਦਗਾਰ ਕੌਣ ਹੈ?
उस वेले की आख्या भला, ऐसा एक खुदाए। ऐसा एक खुदा है, एक करतार ही है ਜਿਹੜਾ उस वेले भी ਤੁਹਾਡੀ ਲੋੜ ਵਿੱਚ भी ਤੁਹਾਡੇ ਨਾਲ है, और नहीं कोई। जंग को मुश्किल अत बने, बचन ਆਪਾਂ याद कर ਲਈਏ। ਢੋਈ ਕੋਏ ना दे लागू होए दुश्मना, साख पे भज खड़े सभो भजै आसरा, चुकै सब असराओ चित आवे उस पार ब्रह्म, लगे न तत्ती ਲੱਗਾ ਨਾ ਤੱਤੀ ਵਾਹ। ਪਾਰ ਬ੍ਰਹਮ ਚਿੱਤ ਵਿੱਚ ਆਵੇ ਫਿਰ ਹੀ ਬੰਦੇ ਅਡੋਲ ਹੁੰਦੇ ਨੇ ਜੀ। ਚੌਪਈ जग की प्रीत न काहू काजा। ਹਜ਼ੂਰ ਕਹਿਣ ਲੱਗੇ ਜਗ ਕੀ ਪ੍ਰੀਤ ਨਾ ਕਾਹੂ ਕਾਜਾ, ਜਗਤ ਦੀ ਪ੍ਰੀਤ ਕਿਸੇ ਕੰਮ ਨਹੀਂ ਆਉਂਦੀ। परे आए दुख जावे भाजा। ਜਿਸ ਵੇਲੇ ਨਾ ਦੁੱਖ ਆ ਜਾਂਦੇ ਨੇ ਉਸ ਵੇਲੇ ਫਿਰ ਬੰਦੇ ਭੱਜ ਜਾਂਦੇ ਹੁੰਦੇ ਨੇ। श्री प्रभ की है नीकी प्रीता। ਕੇਵਲ ਵਾਹਿਗੁਰੂ ਜੀ ਦੀ ਪ੍ਰੀਤ ਜਿਹੜੀ ਹੈ ਉਹ ਅੱਛੀ ਹੈ, ਉਹ ਟਿਕਾਊ ਹੈ, ਉਹ ਕਰਨ ਦੇ ਨਾਲ ਬੰਦਾ ਸੁਖੀ ਰਹਿੰਦਾ ਹੈ। करो सदीव ताए सोहीता। ਉਸ ਦੇ ਨਾਲ ਹੀ ਤੁਸੀਂ ਹਿੱਤ ਕਰੋ, ਪਿਆਰ ਕਰੋ। अंत काल में लेत छुटाए। ਉਹੀ ਹੈ ਜਿਹੜਾ ਅੰਤ ਕਾਲ ਦੇ ਵਿੱਚ ਭਾਵ ਜਦੋਂ ਬਾਕੀ ਭੱਜ ਜਾਂਦੇ ਨੇ ਫਿਰ ਵੀ ਜੋ ਤੁਹਾਨੂੰ ਛਡਾਉਣ ਵਾਸਤੇ ਹਾਜ਼ਰ ਹੈ ਉਹ ਪਰਮੇਸ਼ਰ ਹੈ। इते उत जो सुख दा समुदाय। ਜਿਹੜਾ ਇੱਥੇ ਤੇ ਉੱਥੇ ਭਾਵ ਸਭ ਥਾਵਾਂ ਤੇ ਸੁਖ ਦਾਤਾ ਹੈ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਜੀ। ऐसे बचन सुने कारू जब। ਵਾਹਿਗੁਰੂ ਵਾਹਿਗੁਰੂ। ਮਾਨਯੋਗ ਭਾਈ ਸਾਹਿਬ, ਮੈਂ ਬਲਿਹਾਰ ਜਾਂਦਾ ਇਸ ਸੁਰਤੀ ਦੇ ਭਾਈ ਸੰਤੋਖ ਸਿੰਘ ਜੀ ਹੋਰਾਂ ਵਾਲੀ, ਮੈਂ ਬਲਿਹਾਰ ਜਾਂਦਾ ਉਹਨਾਂ ਦੀ ਕਲਮ ਤੇ ਜਿਹੜੇ ਉਸ ਸੁਰਤੀ ਦੇ ਨਾਲ ਸਦੀਆਂ ਪਹਿਲਾਂ ਹੋਏ ਸਾਰੇ ਘਟਨਾਕ੍ਰਮ ਨੂੰ ਦੇਖ ਰਹੇ ਨੇ, ਜਿਵੇਂ ਬਿਲਕੁਲ ਕੋਲ ਖੜੋਤੇ ਹੋਣ, ਤੇ ਫਿਰ ਜੋ ਕੁਝ ਦੇਖ ਰਹੇ ਨੇ ਸੁਰਤੀ ਦੀਆਂ ਅੱਖਾਂ ਦੇ ਨਾਲ ਉਹ ਕੁਝ ਆਪਣੇ ਹੱਥਾਂ ਦੇ ਨਾਲ ਲਿਖ ਰਹੇ ਨੇ। ਔਰ ਮਾਣਯੋਗ ਜੀ ਨੇ ਕਮਾਲ ਕੀਤੀ, ਕਹਿੰਦੇ ਨੇ ਜਦੋਂ ਐਸੇ ਭਾਵ ਪੂਰਤ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖੇ, दीन पयो गुर चरण गए तब। ਦੀਨ ਭਏ। ਦੀਨ ਸ਼ਬਦ ਪਤਾ ਕਿਸ ਲਈ ਵਰਤਿਆ ਜਾਂਦਾ, ਅਸੀਂ ਕਿੰਨੀ ਵਾਰੀ ਵਰਤਾ ਲੈਂਦੇ ਹੁੰਦੇ, ਆਮ ਤੌਰ ਤੇ ਪੜ੍ਹਦੇ ਆ। ਦੀਨ ਕਹਿੰਦੇ ਨੇ ਜਿੰਦੇ ਪੱਲੇ ਕੱਖ ਨਾ ਰਹਿ ਜਾਏ। ਗਰੀਬ ਸ਼ਬਦ ਵੀ ਹੁੰਦਾ ਹੈ ਨਾ, ਇਹ ਕਿਸ ਤੋਂ ਅੱਗੇ ਕੰਗਾਲ ਹੁੰਦਾ ਹੈ। ਕੰਗਾਲ ਸ਼ਬਦ ਜਿਹੜਾ ਹੈ ਉਹ ਸਮ ਅਰਥਕ ਹੈ ਦੀਨ ਦਾ, ਜਿੰਦੇ ਪੱਲੇ ਕੱਖ ਨਾ ਹੋਵੇ, ਨਾ ਪਹਿਨਣ ਲਈ ਲਿਬਾਸ, ਨਾ ਖਾਣ ਲਈ ਕੁਛ, ਨਾ ਸਿਰ ਤੇ ਕੁਛ, ਨਾ ਮਿੱਤਰ ਕੋਈ ਖੱਬੇ ਸੱਜੇ, ਨਾ ਕੁਛ ਹੋਰ। ਕੀ ਭਾਵ ਹੈ ਇਸ ਦਾ? ਇਹੋ ਜੀ ਬਿਰਤੀ ਜਿਸ ਵੇਲੇ ਹੋ ਗਈ, ਪ੍ਰਤੀਤ ਕੀਤਾ ਨਾ ਵਾਕਿਆ ਹੀ ਮੈਂ ਨੰਗ ਧੜੰਗਾ, ਮੇਰੇ ਕੋਲ ਕੁਛ ਨਹੀਂ ਹੈ, ਮੈਂ ਸਭ ਤੋਂ ਵੱਡਾ ਨੰਗ ਹਾਂ। ਪਤ ਹੁੰਦੀ ਹੈ ਧਰਮ ਦੀ। ਕਾਰੂ ਨੇ ਮਹਿਸੂਸ ਕੀਤਾ ਮੈਂ ਨੰਗ ਹਾਂ, ਮੈਂ ਬਹੁਤ ਵੱਡਾ ਨੰਗ ਹਾਂ, ਮੇਰੇ ਕੋਲ ਕੋਈ ਧਰਮ ਨਹੀਂ ਹੈ। ਤੇ ਜਿਨ੍ਹਾਂ ਦੇ ਕਬਰਾਂ ਦੇ ਵਿੱਚੋਂ ਮੁਰਦੇ ਧੂ ਕੇ ਕੱਢ ਕੇ ਉਹਨਾਂ ਦੇ ਮੂੰਹਾਂ ਵਿੱਚੋਂ ਰੁਪਈਏ ਕਢਾਏ, ਉਹਨਾਂ ਦੇ ਰਿਸ਼ਤੇਦਾਰ ਮਿੱਤਰ ਬਣਦੇ ਨੇ ਕਿਤੇ। ਦੇਖਿਆ ਵਾਕਿਆ ਕੋਈ ਮਿੱਤਰ ਨਹੀਂ ਮੇਰਾ। ਫਿਰ ਹੱਥ ਜੋੜੇ ਗੁਰੂ ਬਾਬਾ ਜੀ ਦੇ ਅੱਗੇ ਜੀ। तुम जो कहो करो मैं सोए। ਜੋ ਕਹੋਗੇ ਬਾਬਾ ਜੀ ਮੈਂ ਉਹ ਕਰਾਂਗਾ। और न मोते अब कछ होए। ਹੁਣ ਮੇਰੇ ਕੋਲੋਂ ਹੋਰ ਕੁਛ ਨਹੀਂ ਹੋ ਸਕਦਾ, ਮੈਂ ਕੁਛ ਨਹੀਂ ਕਰਾਂਗਾ। ਭਾਵ ਜਿਹੜੇ ਕੁਝ ਹੋ ਗਿਆ ਮੇਰੇ ਕੋਲੋਂ ਗਲਤ ਉਹ ਹੋ ਗਿਆ, ਮੈਂ ਫਰਦਰ ਨਹੀਂ ਕਰਾਂਗਾ। शरण परियो मैं रावर केरी। ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। शरदा पीपद कंच कनेरी। ਫਿਰ ਆਖਿਓ ਜੇ शरदा पीपद कंज कनेरी। ਹਾਂ ਭਾਈ ਸਾਹਿਬ ਕਹਿੰਦੇ ਨੇ ਸ਼ਰਧਾ ਪੀ, ਉਸ ਵੇਲੇ ਸ਼ਰਧਾ ਹੋਈ, ਕੰਜ ਕਨੇਰੀ, ਬਹੁਤ ਉਸ ਦੇ ਅੰਦਰ ਸ਼ਰਧਾ ਹੋਈ, ਭਾਵਨਾ ਆਈ ਗੁਰੂ ਸਾਹਿਬ ਜੀ ਦੇ ਬਾਬਤ ਜੀ। दोहरा। ਜਿੱਥੋਂ ਆਪਾਂ ਨੇ ਵਿਚਾਰ ਸ਼ੁਰੂ ਕੀਤੀ ਸੀ, ਗੁਰੂ ਸਾਹਿਬ ਨੇ ਆਖਿਆ ਤੁਹਾਨੂੰ ਨਿਸ਼ਚਾ ਹੈ
ਤੁਸੀਂ ਉਪਦੇਸ਼ ਲੈਣ ਵਾਸਤੇ ਆਏ ਹੋ, ਤੁਹਾਡੇ ਅੰਦਰ ਨਿਸ਼ਚਾ ਹੈ। ਹੁਣ ਇੱਥੇ ਆ ਕੇ ਆਖਦੇ ਨੇ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ, ਬਚਨ ਸੁਣ ਕੇ, ਵਿਚਾਰ ਸੁਣ ਕੇ ਉਸ ਦੇ ਅੰਦਰ ਫਿਰ ਭਾਰੀ ਸ਼ਰਧਾ ਹੋ ਗਈ। ਮੈਨੂੰ ਘਟਨਾ ਇੱਕ ਯਾਦ ਆਈ ਇਤਿਹਾਸ ਦੀ। ਸਤਿਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਦੋਂ ਰਾਜਾ ਜੈ ਸਿੰਘ ਮਿਰਜ਼ਾ ਰਾਜਾ ਜੈ ਸਿੰਘ ਆਪਣੇ ਬੰਗਲੇ ਵਿੱਚ ਲੈ ਕੇ ਆਇਆ ਨਾ, ਉਸੇ ਸਥਾਨ ਤੇ ਜਿਸ ਦਾ ਸਥਾਨ ਦਾ ਨਾਮ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ। ਆਇਓ ਹੁਣ ਗੱਲ ਨੂੰ ਸਮਝਣ ਵਾਸਤੇ ਮੈਂ ਇਸ਼ਾਰਾ ਕਰ ਰਿਹਾ। ਮਹਾਰਾਜ ਦੇ ਲਈ ਜੋ ਆਸਣ ਲਗਾਇਆ ਸੀ ਉੱਥੇ ਸਜਾਇਆ, ਬੈਠੇ ਮਹਾਰਾਜ ਹੱਥ ਜੋੜ ਕੇ ਖੜੋ ਗਿਆ। ਕਹਿੰਦਾ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। 7.5 ਸਾਲ ਦੀ ਉਮਰ ਸੀ ਬਾਲਾ ਪ੍ਰੀਤਮ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦੀ। ਕਹਿੰਦੇ ਨੇ ਰਾਜਨ ਤੂੰ ਸਿੱਖ ਨਹੀਂ ਬਣ ਸਕਦਾ। ਰਾਜਾ ਜੈ ਸਿੰਘ ਉਸ ਵੇਲੇ 60 ਸਾਲ ਦੀ ਉਮਰ ਦੇ ਕਰੀਬ ਸੀ ਔਰ ਪ੍ਰਸਿੱਧ ਸੂਰਮਾ ਮੰਨਿਆ ਜਾਂਦਾ ਸੀ ਤੇ ਦਰਬਾਰ ਦੇ ਵਿੱਚ ਜਿਸ ਨੂੰ ਬਹੁਤ ਕਨਿੰਗ ਮੰਨਿਆ ਜਾਂਦਾ ਸੀ। ਕਨਿੰਗ ਤੋਂ ਭਾਵ ਹੁੰਦਾ ਬੜਾ ਚਾਲਬਾਜ਼ ਵਿਅਕਤੀ। ਮੈਦਾਨੀ ਜੰਗ ਦੇ ਵਿੱਚ ਸੂਰਮਾ ਤੇ ਦਰਬਾਰ ਦੇ ਵਿੱਚ ਚਾਲਬਾਜ਼ ਜੈ ਸਿੰਘ ਹੀ ਸੀ ਜਿਹੜਾ ਗੁਰੂ ਘਰ ਤੇ ਸ਼ਰਧਾ ਵੀ ਰੱਖਦਾ ਸੀ, ਜਿਸ ਨੂੰ ਔਰੰਗਜ਼ੇਬ ਨੇ ਭੇਜਿਆ ਸੀ ਜਾਂ ਇਹਨਾਂ ਨੂੰ ਕੀਰਤਪੁਰੋਂ ਲੈ ਕੇ ਆ, ਲੈ ਕੇ ਵੀ ਆਇਆ। ਉਹਦਾ ਭੇਜਿਆ ਦੀਵਾਨ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਲੈ ਕੇ ਆਇਆ। ਲੇਕਿਨ ਜੈਸੇ ਕਹਿੰਦਾ ਮੈਨੂੰ ਸਿੱਖ ਬਣਾ ਲਓ। ਸਤਿਗੁਰੂ ਕਹਿਣ ਲੱਗੇ ਤੂੰ ਸਿੱਖ ਨਹੀਂ ਬਣ ਸਕਦਾ। ਕਹਿੰਦਾ ਮਹਾਰਾਜ ਮੈਂ ਕੇਸ ਰੱਖ ਲਾਂਗਾ। ਇਹੀ ਗੱਲ ਹੈ ਨਾ ਵੱਡੀ ਸਿੱਖਾਂ ਦੀ, ਮੈਂ ਕੇਸ ਦਾੜਾ ਰੱਖ ਲਾਂਗਾ। ਦਾੜਾ ਉਹਨੇ ਪਹਿਲਾਂ ਵੀ ਰੱਖਿਆ ਸੀ। ਕਹਿੰਦਾ ਮੈਂ ਕੇਸ ਦਾੜਾ ਰੱਖ ਲਾਂਗਾ। ਤੁਸੀਂ ਜਿਵੇਂ ਕਹੋਗੇ, ਜਿੰਨੀ ਬਾਣੀ ਕਹੋਗੇ, ਮੈਂ ਰੋਜ਼ ਬਾਣੀ ਪੜ੍ਹਿਆ ਕਰਾਂਗਾ। ਸ਼ਰਧਾ ਤਾਂ ਮੇਰੇ ਅੰਦਰ ਪਹਿਲਾਂ ਵੀ ਹੈਗੀ ਹੈ। ਸਤਿਗੁਰੂ ਕਹਿਣ ਲੱਗੇ ਸਿੱਖ ਬਣਨ ਤੋਂ ਪਹਿਲਾਂ ਬਣਨ ਵਾਲੇ ਦੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ, ਨਿਸ਼ਚਾ ਹੋਣਾ ਚਾਹੀਦਾ ਹੈ। ਨਿਸ਼ਚਲ ਨਿਸ਼ਚੈ ਨਿਤ ਚਿਤ ਜਿਨ ਕੇ ਸ੍ਰੀ ਨਾਨਕ ਸੁਖਦਾਇਕ ਤਿਨ ਕੇ। ਭਾਈ ਸੰਤੋਖ ਸਿੰਘ ਹੋਰਾਂ ਦੇ ਬਚਨ ਨੇ। ਕਹਿੰਦੇ ਨੇ ਸਤਿਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਰਾਜਨ ਜੇ ਤਾਂ ਅੰਦਰ ਨਾ ਨਿਸ਼ਚਲ ਅਡੋਲ ਨਿਸ਼ਚੈ ਨਿਤ ਚਿਤ ਜਿਨ ਕੇ, ਜਿਨ੍ਹਾਂ ਦੇ ਚਿੱਤ ਦੇ ਵਿੱਚ ਅਡੋਲ ਨਿਸ਼ਚਾ ਹੈ, ਸ਼੍ਰੀ ਨਾਨਕ ਸੁਖਦਾਇਕ ਤਿਨ ਕੈ। ਹਲਤ ਪਲਤ ਮੈਂ ਹੋਏ ਸਹਾਈ, ਤਾਤੀ ਵਾਓ ਨਾ ਲਾਗਣ ਪਾਈ। ਸਮਝਾਉਂਦੇ ਨੇ ਨਾ ਅਰਥ। ਲੇਕਿਨ ਕਵੀ ਅਸ਼ਰਧਾ ਸ਼ਰਧਾ ਸਨ ਹੈ ਜਿੱਥੇ ਤੂੰ ਖੜੋਤਾ ਹੋਇਆ ਹੈ। ਕਦੀ ਅੰਦਰ ਸ਼ਰਧਾ ਆ ਜਾਂਦੀ ਹੈ, ਇੱਕ ਪੈਰ ਅੱਗੇ ਹੋ ਗਿਆ, ਫਿਰ ਅਸ਼ਰਧਾ ਆ ਗਈ, ਫਿਰ 2 ਪੈਰ ਪਿੱਛੇ ਚਲਾ ਗਿਆ। ਜਦੋਂ ਤੂੰ ਸਾਡੇ ਕੋਲ ਆਪਣੇ ਦੀਵਾਨ ਨੂੰ ਲੈਣ ਵਾਸਤੇ ਭੇਜਿਆ ਏ, ਤੇਰੇ ਅੰਦਰ ਸ਼ਰਧਾ ਸੀ। ਜਦੋਂ ਤੇਰੇ ਦੀਵਾਨ ਨੇ ਆ ਕੇ ਪੰਜੋਖਰਾ ਸਾਹਿਬ ਦੀ ਗੱਲ ਤੈਨੂੰ ਦੱਸੀ ਹੈ ਸਾਰੀ, ਤੇਰੇ ਅੰਦਰ ਸ਼ਰਧਾ ਸੀ। ਹੋਰ ਘਟਨਾਵਾਂ ਵਿੱਚ ਤੇਰੇ ਅੰਦਰ ਸ਼ਰਧਾ ਸੀ। ਲੇਕਿਨ ਅੱਜ ਜਦੋਂ ਤੂੰ ਗੁਰੂ ਹੀ ਪਰਖਣ ਲੱਗ ਪਿਆ ਵੀ ਮੈਨੂੰ ਤਾਂ ਪਤਾ ਮੇਰੀ ਮਾਂ ਰਾਣੀ ਕੌਣ ਹੈ, ਮੈਂ ਵੇਖਾਂ ਭਲਾ ਗੁਰੂ ਸਾਹਿਬ ਨੂੰ ਵੀ ਪਤਾ ਹੈ ਮੇਰੀ ਮਾਂ ਰਾਣੀ ਕੌਣ ਹੈ। ਇਸ ਦਾ ਮਤਲਬ ਇਹ ਹੈ ਵੀ ਤੂੰ ਸਿਆਣਾ ਹੈ। ਹੁਣ ਗੁਰੂ ਸਾਹਿਬ ਦੇ ਬਾਰੇ ਕੀ ਆਖੀਏ ਆਪਾਂ? ਤੈਨੂੰ ਨਿਸ਼ਚਾ ਨਹੀਂ ਹੈ ਨਾ ਕਿ ਮੇਰੇ ਸਤਿਗੁਰੂ ਵੀ ਜਾਣਦੇ ਨੇ, ਮਹਾਰਾਜ ਅੰਤਰਜਾਮੀ ਨੇ ਉਹ। ਜਿਸ ਹਿਰਦੇ ਦੇ ਅੰਦਰ ਕਦੀ ਸ਼ਰਧਾ ਹੋਵੇ ਤੇ ਕਦੀ ਸ਼ਰਧਾ ਨਾ ਹੋਵੇ, ਉਹ ਸਿੱਖ ਨਹੀਂ ਬਣ ਸਕਦਾ। ਵਾਹਿਗੁਰੂ। ਸਾਖੀਕਾਰ ਕਹਿੰਦੇ ਨੇ ਜੈ ਸਿੰਘ ਖੜੋਤਾ ਖੜੋਤਾ ਰੋਣ ਲੱਗ ਪਿਆ, ਉੱਥੇ ਰੋਣ ਲੱਗ ਪਿਆ। ਮਹਾਰਾਜ ਮੇਰੇ ਕੋਲ ਭੁੱਲ ਹੋਈ। ਫਿਰ ਦੱਸਿਓ ਵੀ ਸੀ ਮੈਂ ਬਾਦਸ਼ਾਹ ਦੇ ਆਖਿਆਂ ਸਾਰਾ ਕੁਝ ਕੀਤਾ ਸੀ। ਆਖਿਓ ਦੱਸਿਓ ਸੀ। ਫਿਰ ਕਹਿੰਦਾ ਮੇਰੇ ਕੋਲ ਭੁੱਲ ਹੋ ਗਈ ਮਹਾਰਾਜ, ਬਖਸ਼ ਲਓ ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਆ, ਚਰਨ ਪੌਲ ਦਿੱਤੀ, ਸਿੱਖ ਬਣਾਇਆ।
ਅੱਜ ਕੀ ਕਹਿ ਰਹੇ ਨੇ ਸਾਹਿਬ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ? ਕਹਿੰਦੇ ਨੇ ਰਾਜਨ, ਬਾਦਸ਼ਾਹ, ਸੁਲਤਾਨ, ਅੰਦਰ ਨਿਸ਼ਚਾ ਹੈ, ਅੰਦਰ ਪ੍ਰਤੀਤ ਹੈ, ਫਿਰ ਗੱਲ ਹੈ। ਤੇ ਮਾਣਯੋਗ ਭਾਈ ਸਾਹਿਬ ਹੋਰੀ ਦੱਸਦੇ ਨੇ, ਕਹਿੰਦੇ ਨੇ ਇਹ ਸਾਰੇ ਬਚਨ ਸੁਣ ਕੇ ਨਾ ਪ੍ਰਤੀਤ ਨਾਲ ਭਰਪੂਰ ਹੋ ਗਿਆ, ਨਿਸ਼ਚੇ ਨਾਲ ਭਰਪੂਰ ਹੋ ਗਿਆ, ਤੇ ਭਰਪੂਰ ਹੋਇਆ ਹੋਇਆ ਫਿਰ ਦੋਹਰਾ ਸ਼੍ਰੀ ਨਾਨਕ ਬੋਲੇ ਬਹੁਰ ਅਵਲੋਕਿਓ ਮਨ ਦੀਨ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਵੇਖਿਆ, ਮਨ ਦੀਨ ਅਵਲੋਕਿਓ ਹੁੰਦਾ ਚੰਗੀ ਤਰ੍ਹਾਂ ਦੇਖਣਾ। ਇਹਦਾ ਹੁਣ ਮਨ ਦੀਨ ਹੋ ਗਿਆ, ਨਿਮਰਤਾ ਵਿੱਚ ਹੈ। ਜਿਹੜਾ ਮਨ ਪਹਿਲਾਂ ਫੁੰਕਾਰੇ ਮਾਰਦਾ ਸੀ ਨਾ, ਜਿਸ ਮਨ ਨੇ ਕਿਸੇ ਮੁਰਸ਼ਦ ਦੀ ਗੱਲ ਨਹੀਂ ਇਹਦੇ ਕੰਨਾਂ ਵਿੱਚ ਤੱਕ ਜਾਣ ਦਿੱਤੀ, ਹੁਣ ਇਹ ਦੀਨ ਹੋ ਗਿਆ ਹੈ ਜੀ। ਬੰਦੀ ਖਾਨਾ ਛੋੜ ਤੂੰ ਮਨੁਜ ਕੈਦ ਜੇ ਕੀਨ। ਵਾਹ ਵਾਹ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸਭ ਤੋਂ ਪਹਿਲੀ ਗੱਲ ਹੈ, ਕਹਿੰਦੇ ਨੇ ਜਿਹੜੇ ਬੰਦੀ ਖਾਨੇ ਵਿੱਚ ਤੂੰ ਬੰਦੀ ਪਾਏ ਹੋਏ ਨੇ, ਮਨੁਜ ਜੋ ਵੀ ਮਨੁੱਖ ਪਾਏ ਹੋਏ ਨੇ, ਉਹਨਾਂ ਸਾਰਿਆਂ ਨੂੰ ਪਹਿਲਾਂ ਰਿਹਾ ਕਰਦੇ। ਸਾਰਿਆਂ ਨੂੰ ਖਾਸ ਤੌਰ ਤੇ ਇਸ਼ਾਰਾ ਸੀ ਜਿਨ੍ਹਾਂ ਦੇ ਕੋਲੋਂ ਤੈਨੂੰ ਧਨ ਨਹੀਂ ਮਿਲਿਆ। ਇੱਕ ਹੋਰ ਵਿਸ਼ੇਸ਼ ਗੱਲ ਸੀ ਇਸ ਦੇ ਬਾਬਤ, ਇਹ ਫਕੀਰਾਂ ਨੂੰ ਜੇਲ੍ਹਾਂ 'ਚ ਸੁੱਟਦਾ ਸੀ। ਇਸ ਕਰਕੇ ਇਹ ਬੰਦੇ ਜਿਹੜੇ ਨੇ ਨਾ, ਇਹ ਵਿਹਲੜ ਨੇ ਖਾਣੇ, ਵਿਹਲੜ ਲੋਕ ਨੇ। ਇਹਨਾਂ ਕੋਲੋਂ ਚੱਕੀ ਪਿਹਾਇਆ ਕਰਦਾ ਸੀ ਤੇ ਹੋਰ ਸਾਰੇ ਕੁਝ ਕਰਿਆ ਕਰਦਾ ਸੀ। ਬਾਬਰ ਵੀ ਇਹੀ ਕਰਦਾ ਸੀ, ਇਹ ਇਤਿਹਾਸਕ ਬਾਤਾਂ ਨੇ। ਇਬਰਾਹਿਮ ਲੋਧੀ ਵੀ ਇਹ ਕਰਦਾ ਸੀ, ਸਿਕੰਦਰ ਲੋਧੀ ਵੀ ਕਰਦਾ ਸੀ। ਗੁਰੂ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਰੋਕਿਆ ਵਰਜਿਆ ਸੀ। ਔਰੰਗਜ਼ੇਬ ਵੀ ਕਰਦਾ ਰਿਹਾ। ਅੱਜ ਕਹਿੰਦੇ ਨੇ ਪਾਤਸ਼ਾਹ, ਜੇ ਤੂੰ ਭਲਾ ਕਰਨਾ ਚਾਹੁੰਦਾ ਹੈ, ਸਮਝਣਾ ਹੈ ਕਿ ਸਾਰਿਆਂ ਦੇ ਅੰਦਰ ਕਰਤਾਰ ਵਸਦਾ ਹੈ, ਖੁਦਾ ਵਸਦਾ ਹੈ, ਤੇ ਜਿਨ੍ਹਾਂ ਕੋਲੋਂ ਤੈਨੂੰ ਧਨ ਮਿਲਿਆ ਨਹੀਂ ਨਾ ਹੈ, ਇਹਨਾਂ ਸਾਰੇ ਮਨੁੱਖਾਂ ਨੂੰ ਤੂੰ ਰਿਹਾ ਕਰਦੇ, ਬਾਹਰ ਕੱਢ ਦੇ ਜੀ। ਚੌਪਈ ਜੈ ਜੈ ਨਰ ਤੈ ਕੈਦ ਕਰਾਏ। ਮੈਨੂੰ ਮਹਿਸੂਸ ਹੁੰਦਾ ਹੈ ਸੰਗਤ ਜੀ, ਸਾਡੇ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਜਿਨ੍ਹਾਂ ਬੰਦੀਆਂ ਦੇ ਨਾਲ ਕੋਈ ਵਾਸਤਾ ਨਹੀਂ ਸੀ, ਉਹਨਾਂ ਨੂੰ ਵੀ ਆਜ਼ਾਦ ਕਰਵਾਇਆ ਕਰਦੇ ਸਨ। ਇਹ ਹਾਲਾਤ ਦੀ ਕੈਸੀ ਸਿਤਮ ਜ਼ਰੀਫੀ ਹੈ ਕਿ ਜਿਹੜੇ ਗੁਰੂ ਕੇ ਬੰਦੀ ਬਣੇ ਹੋਏ ਨੇ, ਐਵੇਂ ਹੀ ਬੰਦੀ ਬਣਾ ਕੇ ਰੱਖੇ ਹੋਏ ਨੇ। ਹੁਣ ਉਹਨਾਂ ਨੂੰ ਵੀ ਛੁਡਵਾਇਆ ਨਹੀਂ ਅਜੇ ਤੱਕ ਜਾ ਸਕਿਆ। ਸਾਨੂੰ ਧਿਆਨ ਕਰਨ ਦੀ ਲੋੜ ਹੈ ਜ਼ਰੂਰ। ਸਾਡੇ ਗੁਰੂ ਨਾਨਕ ਬੰਦੀ ਛੋੜ ਨੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਨੇ, ਦਸੇ ਪਾਤਸ਼ਾਹੀਆਂ ਬੰਦੀ ਛੋੜ ਨੇ, ਉਹਨਾਂ ਦੇ ਨਿਵਾਜਿਆ ਹੋਇਆ ਖਾਲਸਾ ਬੰਦੀ ਛੋੜ ਹੈ। ਮੈਂ ਇੱਕ ਦਾ ਨਾਂ ਨਾ ਲਵਾਂ ਹੁਣ, ਕਿ ਨਵਾਬ ਕਪੂਰ ਸਿੰਘ ਨੇ ਬੰਦੀ ਛੁਡਾਏ, ਜੱਸਾ ਸਿੰਘ ਆਹਲੂਵਾਲੀਆ ਨੇ ਛੁਡਾਏ, ਰਾਮਗੜੀਆ ਸਰਦਾਰ ਨੇ ਛੁਡਾਏ, ਹਾਂਜੀ, ਬਾਬਾ ਰਾਮ ਸਿੰਘ ਹੋਰਾਂ ਨੇ, ਬੇਦੀ ਹੋਰਾਂ ਨੇ ਛੁਡਾਏ, ਬਾਬਾ ਭਾਈ ਬਘੇਲ ਸਿੰਘ ਹੋਰਾਂ ਨੇ ਛੁਡਾਏ। ਸਾਰੇ ਹੀ ਛੁਡਾਉਂਦੇ ਰਹੇ, ਅੱਜ ਨਹੀਂ ਛੁਡਾਉਂਦੇ। ਇਹ ਥੋੜੇ ਸਮੇਂ ਦੀਆਂ ਗੱਲਾਂ ਨੇ, ਜਦੋਂ ਆਪਣੇ ਕੋਲੋਂ ਟਿਕਟਾਂ ਲੈ ਲੈ ਕੇ ਦੇ ਕੇ ਸ੍ਰੀਨਗਰ ਧੀਆਂ ਪਹੁੰਚਾਈਆਂ ਸਾਰਿਆਂ ਦੀਆਂ। ਲੇਕਿਨ ਜੇ ਸਿੱਖ ਬੰਦੀ ਰੱਖੇ ਜਾਣ ਬਿਨਾਂ ਕਿਸੇ ਕਾਰਨ ਤੋਂ, ਤਾਂ ਖਾਲਸੇ ਨੂੰ ਜੁੜ ਕੇ ਸੋਚਣਾ ਚਾਹੀਦਾ ਹੈ, ਔਰ ਜਿਤਨੀ ਛੇਤੀ ਹੋ ਸਕੇ ਛੇਤੀ ਤੋਂ ਛੇਤੀ ਉਹਨਾਂ ਨੂੰ ਛਡਾਉਣਾ ਚਾਹੀਦਾ ਹੈ ਜੀ। ਪਠੇ ਦੂਤ ਤਤਕਾਲ ਛੁਡਾਏ। ਹੁਣ ਇਸ ਨੇ ਜਦੋਂ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਪਹਿਲਾਂ ਉਹ ਸਾਰੇ ਬੰਦੀ ਛੱਡੋ, ਤਾਂ ਉਸੇ ਵੇਲੇ ਰਾਜੇ ਨੇ ਆਖਿਆ ਪਠੇ ਦੂਤ ਜਮਕਾਲ ਛਡਾਏ, ਤਤਕਾਲ ਛਡਾਏ, ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ। ਦਰਬ ਖਸੋਟਿਓ ਦਿਓ ਦਿਵਾਏ। ਜਿੰਨਾ ਜਿੰਨਾ ਕਿਸੇ ਕੋਲੋਂ ਧਨ ਖੋਇਆ ਸੀ ਸਾਰਿਆਂ ਨੂੰ ਧਨ ਵੀ ਵਾਪਸ ਕਰ ਦਿੱਤਾ। ਧਾਮਨ ਵਿਖੇ ਸਰਬ ਪਹੁੰਚਾਏ। ਸਾਰਿਆਂ ਨੂੰ ਆਪਣੇ ਆਪਣੇ ਘਰ ਪਹੁੰਚਾਇਆ। ਫਿਰ ਗੁਰੂ ਕਹੇ ਸਿਮਰੋ ਸਤਨਾਮੋ। ਸਤਿਗੁਰਾਂ ਨੇ ਆਖਿਆ ਸਾਰੇ ਭਲਿਓ। ਹੁਣ ਜਿਨ੍ਹਾਂ ਨੂੰ ਛਡਾਇਆ ਉਹਨਾਂ ਨੇ ਮਹਿਸੂਸ ਕੀਤਾ ਨਾ ਕੋਈ ਬਾਬਾ ਆਇਆ ਸਾਨੂੰ ਛਡਾਉਣ ਵਾਲਾ ਹੈ। ਉਹ ਵੀ ਆਏ ਚੱਲ ਕੇ,
जिस बाबे ने इस सुल्तान का भला कर दिता है, मन फेर दिता है, उस बाबे को सानू कुछ होर मिल सकता है? बाबा सारिਆਂ ਦਾ ਸਾਂਝਾ ਸੀ ना, ਤੇ ਸਾਰਿਆਂ ਦਾ ਸਾਂਝਾ ਬਾਬਾ ਆਖਦਾ ਹੈ ਤੁਸੀਂ ਸਾਰੇ ਉਸ ਕਰਤਾਰ ਦੇ ਨਾਲ ਜੁੜੋ, ਸਿਮਰੋ ਸਤਨਾਮੋ ਜੀ। ਸਦਾ ਸਹਾਈ ਸਭ ਸੁਖ ਤਾਮੋ। ਜਿਹੜਾ ਕਰਤਾਰੀ ਯਾਦ, ਜਿਹੜਾ ਕਰਤਾਰ ਆਪ ਸਦਾ ਹੀ ਸਹਾਇਕ ਹੈ। ਆਗੇ ਆਜ਼ਿਜ਼ ਰੱਖਿਆ ਕਰੀਏ। ਹਾਂਜੀ, ਆਗੇ ਆਜ਼ਿਜ਼ ਰੱਖਿਆ ਕਰੀਏ। ਆਗੇ ਆਜਜ਼ ਰੱਖਿਆ ਕਰੀਏ। ਬੇਨਤੀ ਕੀਤੀ, ਅਸੀਂ ਆਜਜ਼ ਹਾਂ ਤੇ ਤੁਸੀਂ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਉਰਤੇ ਜ਼ੁਲਮੀ ਸਗਲ ਪਰ ਹਰੀਏ। ਔਰ ਦਿਲ ਤੋਂ ਸਾਰੇ ਜਿਹੜੇ ਜ਼ੁਲਮੀ ਤੋਂ ਭਾਵ ਹੈ ਜਬਰ ਕਰਨਾ, ਧੱਕਾ ਕਰਨਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੂਰ ਕਰ ਦਿਓ। ਕਲ ਮਲ ਕਰ ਜੋ ਧਨ ਇਕਠਾਏ। ਜਿਹੜੇ ਪਾਪ ਕਰਕੇ ਧਨ ਇਕੱਠਾ ਕੀਤਾ ਜੇ, ਦਿਓ ਖਰਾਇਤ ਨਾਏ ਖੁਦਾਏ। ਇਹ ਸਾਰੇ ਖੁਦਾ ਦੇ ਨਾਂ ਤੇ ਵੰਡ ਦਿਓ, ਦਾਨ ਕਰ ਦਿਓ ਸਭ ਕੁਛ ਜੀ। ਕਰੋ ਬੰਦਗੀ ਹੋਏ ਅਧੀਨ। ਬੜੇ ਨਿਮਰਤਾ ਦੇ ਨਾਲ ਖੁਦਾ ਦੇ ਅਧੀਨ ਹੋ ਕੇ, ਆਪਣੇ ਆਪ ਨੂੰ ਖੁਦਾ ਦੇ ਅਧੀਨ ਮੰਨ ਕੇ ਉਸ ਦੀ ਬੰਦਗੀ ਕਰੋ। ਆਪਣਾ ਭਲਾ ਹਿਰਦੇ ਇਉ ਚੀਨ। ਤੁਸੀਂ ਸਾਰੇ ਹੀ ਇਸ ਵਿੱਚ ਆਪਣਾ ਭਲਾ ਸਮਝੋ। ਦੋਹਰਾ ਮਾਨ ਬਚਨ ਗੁਰ ਕੋ ਤਬੇ ਕਾਰੂ ਕਰੀ ਸੁਕਾਰ। ਕਾਰੂ ਨੇ ਐਵੇਂ ਸਤਿਗੁਰਾਂ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਉਵੇਂ ਹੀ ਕੀਤਾ ਜਿਵੇਂ ਹਜ਼ੂਰ ਨੇ ਆਗਿਆ ਕੀਤੀ। ਜੈ ਜੈ ਸੂਬੇ ਤਾਏ ਕੇ ਦੀਨੀ ਦੇ ਗਏ ਅਪਾਰ। ਔਰ ਜਿੰਨੇ ਵੀ ਉਸ ਦੇ ਸੂਬੇ ਸਨ, ਸਾਰੇ ਸੂਬਿਆਂ ਦੇ ਵਿੱਚ ਲੰਗਰ ਲਗਾ ਦਿੱਤੇ। ਸੂਬੇ, ਭਾਈ ਸਾਹਿਬ ਹੋਰਾਂ ਨੇ ਸ਼ਬਦ ਸੂਬਾ ਵਰਤਿਆ ਹੈ। ਸੂਬਾ ਹੁਣ ਜਿਵੇਂ ਅੱਜ ਕੱਲ੍ਹ ਅਸੀਂ ਸਮਝਦੇ ਹਾਂ ਸਟੇਟ, ਇੰਨੀਆਂ ਸਟੇਟਸ ਇੰਨੀਆਂ ਸਨ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਕਿ 370 ਲੰਗਰ ਉਸਨੇ ਲਗਾਏ। 370 370 ਸੂਬੇ ਸਨ, ਉਸਦੇ ਸਟੇਟ ਸਨ, ਜਾਂ ਐਂ ਕਹਿ ਲਈਏ ਉਸਦੇ ਟਿਕਾਣੇ ਸਨ, ਰਾਜ ਦੇ ਕੇਂਦਰ ਬਣੇ ਸਨ, ਭਾਵੇਂ ਟਾਊਨ ਕਹਿ ਲਈਏ, ਭਾਵੇਂ ਸ਼ਹਿਰ ਕਹਿ ਲਈਏ। ਪਰ ਮੁੱਕਦੀ ਗੱਲ ਇਹ ਹੈ ਕਿ 370 ਲੰਗਰ ਲਗਾ ਕੇ ਜਿਤਨੇ ਵੀ ਉਹਦੇ ਟਿਕਾਣੇ ਸਨ, ਸਾਰੀਆਂ ਥਾਵਾਂ ਤੇ ਉਸਨੇ ਲੰਗਰ ਲਗਾ ਦਿੱਤੇ ਜੀ। ਚੌਪਈ ਸ਼ਾਂਤ ਪਈ ਤਬ ਰੂਮ ਵਲਾਇਤ। ਸ਼ਾਂਤ ਭਈ ਤਬ ਰੂਮ ਵਲਾਇਤ। ਸਤਿਗੁਰਾਂ ਦੀ ਇਸ ਫੇਰੀ ਦੇ ਨਾਲ ਸਾਰੀ ਵਲਾਇਤ ਦੇ ਵਿੱਚ, ਰੂਮ ਦੇ ਵਿੱਚ ਸ਼ਾਂਤੀ ਹੋ ਗਈ। ਜਿਹੜੇ ਤੁਸੀਂ ਗੁਰਮੁਖ ਸੱਜਣ ਮੇਰੇ ਵੀਰ ਭੈਣਾਂ ਭਾਈ ਗਲੋਬ ਦੇ ਸਥਿਤੀ ਨੂੰ ਸਮਝਦੇ ਹੋ, ਭੂਗੋਲ ਨੂੰ ਜਾਣਦੇ ਹੋ, ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਮੈਡੀਟਰੇਨੀਅਨ ਜਿਹੜਾ ਸੀ ਹੈ ਨਾ, ਇਸ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਨੂੰ ਕਦੀ ਰੋਮ ਆਖਿਆ ਜਾਂਦਾ ਸੀ। ਰੋਮ ਆਖਿਆ ਜਾਂਦਾ ਸੀ ਜਿਹੜਾ ਰੋਮਨ ਸਾਮਰਾਜ ਸੀ। ਰੋਮਨ ਸ਼ਬਦ ਆਇਆ ਰੋਮ ਤੋਂ। ਰੋਮ ਅੱਜ ਵੀ ਇਟਲੀ ਦਾ ਕੈਪੀਟਲ ਸਿਟੀ ਹੈ। ਕਦੀ ਸਮਾਂ ਬਦਲਿਆ। ਇਹ ਦੂਜੀ ਈਸਵੀ ਸਦੀ ਦੀ ਗੱਲ ਹੈ ਕਿ ਮੈਡੀਟਰੇਨੀਅਨ ਦਾ ਆਲੇ ਦੁਆਲੇ ਦਾ ਸਾਰਾ ਇਲਾਕਾ ਜਿਹੜਾ ਸੀ ਇਹ ਰੋਮਨ ਸਾਮਰਾਜ ਸੀ, ਔਰ ਇਸ ਦੀ ਜਿਹੜੀ ਕੈਪੀਟਲ ਸਿਟੀ ਸੀ ਇਹ ਰੋਮ ਹੋਇਆ ਕਰਦਾ ਸੀ। ਹੌਲੀ 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 ਜਿਵੇਂ ਰਾਜ ਸਾਜ ਬਦਲਦੇ ਰਹਿੰਦੇ ਨੇ, ਬਦਲਦਾ ਗਿਆ। ਪੂਰਬ ਵੱਖ ਹੋ ਗਿਆ, ਪੱਛਮ ਵੱਖ ਹੋ ਗਿਆ। ਪੱਛਮ ਦੀ ਜਿਹੜੀ ਕੈਪੀਟਲ ਸੀ ਉਹ ਉਸ ਵੇਲੇ ਵੀ ਰੋਮ ਸੀ, ਲੇਕਿਨ ਪੂਰਬ ਵਾਲਿਆਂ ਨੇ ਆਪਣੀ ਰਾਜਧਾਨੀ ਵੱਖਰੀ ਬਣਾ ਲਈ, ਜਿਸ ਨੂੰ ਆਖਿਆ ਜਾਂਦਾ ਸੀ ਕੁਸਤਨਤੁਨੀਆ, ਜਿਹਨੂੰ ਅੱਜ ਕੱਲ੍ਹ ਇਸਤੰਬੁਲ ਆਖਿਆ ਜਾਂਦਾ, ਜਿਹੜੀ ਟਰਕੀ ਦੀ ਰਾਜਧਾਨੀ ਹੈ। ਲੇਕਿਨ ਦੋਵਾਂ ਪਾਸਿਆਂ ਦੀ ਜਿੰਨੇ ਹੀ ਇਲਾਕਾ ਸੀ ਉਹਨੂੰ ਸਾਰੇ ਨੂੰ ਰੋਮ ਬੋਲਿਆ ਜਾਂਦਾ ਸੀ। ਮਾਨਯੋਗ ਭਾਈ ਸੰਤੋਖ ਸਿੰਘ ਕਹਿੰਦੇ ਨੇ ਅੱਜ ਦੀ ਇਸ ਫੇਰੀ ਨੇ ਸਾਰੀ ਰੋਮ ਵਲਾਇਤ ਦੇ ਵਿੱਚ ਸ਼ਾਂਤੀ ਵਰਤਾ ਦਿੱਤੀ। ਬਾਦਸ਼ਾਹ ਠੀਕ ਮਾਰਗ ਤੇ ਤੁਰ ਪਵੇ ਨਾ ਤੇ ਪ੍ਰਜਾ ਨੂੰ ਸੁੱਖ ਦਾ ਸਾਹ ਹੁੰਦਾ ਹੈ। ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਜੀ। ਜੈ ਤੈ ਦੇਵਨ ਲਗੇ ਖਰਾਇਤ। ਥਾਂ ਥਾਂ ਤੇ ਜਿੱਥੇ ਅੱਗੇ ਖੋਇਆ ਜਾ ਰਿਹਾ ਸੀ
ਹੁਣ ਸਰਕਾਰ ਵੱਲੋਂ ਵੰਡਿਆ ਜਾਣਾ ਸ਼ੁਰੂ ਹੋ ਗਿਆ ਜੀ। ਸ਼੍ਰੀ ਗੁਰ ਕੇ ਤੈ ਜਾਵਨ ਕਰਕੇ ਗੁਰੂ ਸਾਹਿਬ ਦੇ ਉੱਥੇ ਜਾਣ ਕਰਕੇ ਹੋਤ ਜ਼ੁਲਮ ਜੋ ਗਇਓ ਸੋ ਟਰ ਕੇ ਜਿਹੜਾ ਜ਼ੁਲਮ ਹੋ ਰਿਹਾ ਸੀ ਸਾਰਾ ਖਤਮ ਹੋ ਗਿਆ। ਮਾਨਵ ਆਵਨ ਸਗਰੇ ਲਾਗੇ ਲੋਕ ਆਉਣ ਜਾਣ ਲੱਗ ਪਏ। ਧਰੇ ਉਪਾਇਨ ਪਾਇਨ ਆਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਲੋਕ ਬਹੁਤ ਸਾਰੇ ਆਏ। ਬੰਦੇ ਪਦ ਅਰਬਿੰਦ ਮੁਕੰਦਾ ਸਾਰੇ ਮੁਕਤੀ ਦਾਤਾ ਦੇ ਚਰਨਾਂ ਵਿੱਚ ਮੱਥੇ ਟੇਕਦੇ ਨੇ, ਹੱਥ ਜੋੜਦੇ ਨੇ, ਬੇਨਤੀ ਕਰਦੇ ਨੇ। ਸ਼੍ਰੀ ਗੋਬਿੰਦ ਸਚਦਾਨੰਦਾ ਐ ਗੋਬਿੰਦ ਸਾਰਿਆਂ ਦੇ ਜਾਣਨ ਵਾਲੇ, ਐ ਸਦਾ ਆਨੰਦ ਦੇ ਦਾਤੇ, ਆਨੰਦ ਦੇਣ ਵਾਲੇ ਦਾਤੇ। ਬੋਲਿਓ ਕਾਰੂ ਦ્વੈ ਕਰ ਜੋਰੀ ਤਾਂ ਉਸ ਵੇਲੇ ਕਾਰੂ ਨੇ ਵੀ ਹੱਥ ਜੋੜ ਕੇ ਆਖਿਆ, ਮੋਹ ਪਰ ਪੀ ਤੁਮ ਮਿਹਰ ਨ ਥੋਰੀ ਪਾਤਸ਼ਾਹ ਮੇਰੇ ਅੰਦਰ ਤੁਹਾਡੇ ਪ੍ਰਤੀ ਪੂਰਨ ਵਿਸ਼ਵਾਸ ਹੈ, ਪੂਰਨ ਪ੍ਰਤੀਤ ਹੈ। ਮਹਾਗਰ ਤੋਂ ਨਿਗਰਤ ਜਾਤੋ ਮੈਂ ਤਾਂ ਵੱਡਾ ਪਾਪੀ ਸਾਂ, ਮੈਂ ਤਾਂ ਲਗਾਤਾਰ ਨਿਗਰਦਾ ਜਾ ਰਿਹਾ ਸਾਂ। ਗਹਿ ਕਰ ਕਾਢਿਓ ਕਰ ਦੁਖ ਹਾਤੋ ਲੇਕਿਨ ਤੁਸਾਂ ਨੇ ਕਿਰਪਾ ਕਰਕੇ ਨਾ ਏਡੀ ਦੂਰੋਂ ਚੱਲ ਕੇ ਆ ਕੇ, ਤੁਸੀਂ ਅੰਦਾਜ਼ਾ ਕਰਨਾ 1800 ਕਿਲੋਮੀਟਰ। ਜੇ ਅਸੀਂ ਇਵੇਂ ਗੱਲ ਸਿਰਫ ਲੈ ਕੇ ਚੱਲੀਏ ਨਾ ਵੀ ਗੁਰੂ ਸਾਹਿਬ ਮਰਦਾਨਾ ਜੀ ਨੂੰ ਨਾਲ ਲਿਆ ਤੇ ਅੱਖਾਂ ਮੀਟੀਆਂ ਤੇ ਪਹੁੰਚ ਗਏ, ਗੱਲ ਕੁਝ ਹੋਰ ਹੈ। ਲੇਕਿਨ ਜੇ ਅਸੀਂ ਉਹਨਾਂ ਦੇ ਨਾ ਪਦ ਚਿੰਨ੍ਹਾਂ ਨੂੰ ਲੱਭੀਏ, ਅੱਜ ਵੀ ਥਾਂ ਥਾਂ ਤੇ ਉਹਨਾਂ ਦੇ ਨਿਸ਼ਾਨ ਬਣੇ ਹੋਏ ਨੇ। ਇੱਥੇ ਵੀ ਆਏ ਸਤਿਗੁਰੂ, ਇੱਥੇ ਵੀ ਆਏ। 1800 ਕਿਲੋਮੀਟਰ 1000 ਮੀਲ ਤੋਂ ਵਧੇਰੇ ਸਫ਼ਰ ਹੈ। ਕਾਹਦੇ ਵਾਸਤੇ ਆਏ ਚੱਲ ਕੇ? ਰੇਤਲਾ ਇਲਾਕਾ, ਉਜਾੜ ਬੀਆਬਾਨ, ਹਾਂਜੀ, ਡਰਾਉਣੇ ਭੈਦਾਇਕ ਸਾਰੇ ਇਲਾਕੇ। ਲੇਕਿਨ ਫਿਰ ਚੱਲ ਕੇ ਆਏ ਨਾ ਤੇ ਕਾਰੂ ਕਹਿ ਰਿਹਾ ਸੀ, ਮੈਂ ਡੁੱਬ ਗਿਆ ਸਾਂ, ਮੈਂ ਮਰ ਰਿਹਾ ਸਾਂ, ਮੈਂ ਗਰਕਦਾ ਜਾ ਰਿਹਾ ਸਾਂ। ਐ ਪਾਤਸ਼ਾਹ ਤੁਸਾਂ ਨੇ ਆ ਕੇ ਮੈਨੂੰ ਨਾ ਬਾਹੋਂ ਫੜ ਕੇ ਉੱਥੋਂ ਕੱਢ ਲਿਆ। ਦੋਹਰਾ ਭਲਾ ਹੋਏ ਮੇਰੋ ਅਬੇ ਆਸ ਪਈ ਉਰੇ ਆਏ। ਹੁਣ ਮੇਰੇ ਅੰਦਰ ਇਹ ਯਕੀਨ ਵੀ ਹੋ ਗਿਆ ਹੈ ਕਿ ਬੀਤਿਆ ਤਾਂ ਮੁਆਫੀ ਮੰਗ ਲਈ, ਤੁਸਾਂ ਨੇ ਮੇਰੇ ਤੇ ਉਪਕਾਰ ਕਰਕੇ ਮੈਨੂੰ ਮੁਆਫ ਕਰ ਦਿੱਤਾ। ਆਉਣ ਵਾਲੇ ਸਮੇਂ ਵਿੱਚ ਮੇਰਾ ਜੀਵਨ ਹੁਣ ਸੁਧਰ ਜਾਏਗਾ। ਆਪ ਪਰਛਿਨ ਖੁਦਾਏ ਹੋ ਮਾਰਗ ਦੀਨ ਬਤਾਏ। ਤੁਸੀਂ ਹੋਰ ਕੁਛ ਨਹੀਂ ਹੋ, ਕਿਸੇ ਵਾਸਤੇ ਬਾਬਾ ਹੋਵੋਗੇ, ਕਿਸੇ ਵਾਸਤੇ ਸੰਤ ਹੋਵੋਗੇ, ਕਿਸੇ ਵਾਸਤੇ ਪੀਰ ਹੋਵੋਗੇ, ਕਿਸੇ ਵਾਸਤੇ ਫਕੀਰ ਹੋਵੋਗੇ, ਪਰ ਬਾਬਾ ਮੇਰੇ ਵਾਸਤੇ ਤਾਂ ਤੁਸੀਂ ਖੁਦਾ ਜੇ, ਹੋਰ ਨਹੀਂ ਕੁਛ, ਤੁਸੀਂ ਖੁਦਾ ਹੋ ਜੀ। ਚੌਪਈ ਬਾਰ ਬਾਰ ਬੰਦੇ ਪਦ ਗੁਰ ਕੋ ਵਾਰ ਵਾਰ ਨਮਸਕਾਰਾਂ ਕਰਦਾ ਹੈ। ਮਨ ਅਧੀਨ ਕਰ ਪ੍ਰੇਮੈ ਉਰ ਕੋ ਬਹੁਤ ਨਿਮਰਤਾ ਦੇ ਨਾਲ ਮਿਹਰ ਤਰੇ ਬੋਲੇ ਸੁਖਦਾਏ। ਸੁਣ ਕੇ ਸਤਿਗੁਰੂ ਮਹਾਰਾਜ ਸੁਖਦਾਤਾ ਜੀ ਬੋਲੇ, ਕਾਰੂ ਏ ਮਗ ਮਿਲਨ ਖੁਦਾਏ। ਕਾਰੂ ਜਿਹੜਾ ਰਸਤਾ ਤੈਨੂੰ ਦੱਸਿਆ, ਜਿਸ ਰਸਤੇ ਤੂੰ ਤੁਰਨ ਲੱਗਾ ਹੈ, ਇਹ ਖੁਦਾਈ ਰਸਤਾ ਹੈ। ਵਿੱਚ ਦੁਨੀਆ ਸੇਵ ਕਮਾਈ ਹੈ। ਬੋਲੋ, ਵਿੱਚ ਦੁਨੀਆ ਸੇਵ ਕਮਾਈ ਸੇਵ ਕਮਾਈ ਹੈ। ਕਾਂ ਦਰਗਹਿ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ। ਬਾਹ ਲੁੜਾਈ ਹੈ। ਮੌਜਾਂ ਹੀ ਮੌਜਾਂ ਨੇ। ਫਿਰ ਇਹ ਖੁਦਾਈ ਰਸਤਾ ਹੈ, ਖੁਦਾਈ ਮਾਰਗ ਹੈ। ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਸਮਝਾਇਆ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਸਤਿਗੁਰਾਂ ਦੀ ਸੇਵਾ ਗੁਰੂ ਸਾਹਿਬ ਦੀਆਂ ਲੱਤਾਂ ਬਾਹਾਂ ਘੁੱਟਣੀਆਂ ਨਹੀਂ ਹਨ। ਸਤਿਗੁਰੂ ਕੀ ਸੇਵਾ ਤੋਂ ਭਾਵ ਹੈ ਸਤਿਗੁਰਾਂ ਦੀ ਦਰਸਾਈ ਹੋਈ ਸੇਵਾ, ਦੱਸੀ ਹੋਈ ਸੇਵਾ ਸਫਲ ਹੈ ਜੇ ਕੋ ਕਰੇ। ਚਿਤ ਲਾਏ ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ ਬੰਧਨ ਤੋੜੈ ਮੁਕਤੇ ਹੋਏ, ਸੱਚਾ ਰਹੇ ਸਮਾਏ। ਸਤਿਗੁਰਾਂ ਨੇ ਆਖਿਆ ਇਹ ਰੱਬ ਦਾ ਰਾਹ ਹੈ, ਇਹ ਖੁਦਾਈ ਮਾਰਗ ਹੈ। ਬਾਦਸ਼ਾਹ ਤੁਝ ਪਰ ਕਿਰਪਾ ਪਈ ਹੈ ਤੂਰਨ, ਤੁਹਾਡੇ ਤੇ ਕਰਤਾਰ ਦੀ ਬੜੀ ਛੇਤੀ ਕਿਰਪਾ ਹੋ ਗਈ ਹੈ। ਮਹਾ ਪਾਪ ਹੋਏ ਸਭ ਚੂਰਨ, ਤੇਰੇ ਵੱਡੇ ਪਾਪ ਸਾਰੇ ਖਤਮ ਹੋ ਗਏ। ਹਿਰਦੈ ਵਿਖੇ ਪਾਚਿਤ ਕਰ ਤਾਰਾ, ਤੇਰੇ ਅੰਦਰ ਕਰਤਾਰ ਨੇ ਫਟਾਫਟ
ਆਪਣਾ ਵਜੂਦ ਵਿਖਾ ਦਿੱਤਾ ਹੈ। ਬੰਧਨ ਤੇ ਹੋਏ ਉਦਾਰਾ, ਬੰਧਨ ਤੇ ਹੋਏ ਉਧਾਰਾ, ਬੰਧਨਾਂ ਤੋਂ ਤੂੰ ਮੁਕਤ ਹੋ ਗਿਆ। ਕਾਰੂ ਕਹੇ ਮਿਹਰ ਪੀ ਤੇਰੀ, ਕਾਰੂ ਹੱਥ ਜੋੜ ਕੇ ਆਖਦਾ, ਕਹਿੰਦਾ ਬਾਬਾ ਜੀ ਸਾਰੀ ਤੁਹਾਡੀ ਮਿਹਰ ਹੈ, ਐ ਮੇਰੇ ਰੱਬ ਸਾਰੀ ਤੁਹਾਡੀ ਮਿਹਰ ਹੈ, ਸਾਰੀ ਤੁਹਾਡੀ ਕਿਰਪਾ ਹੈ ਜੀ। ਕਾਟੀ ਲੋਭ ਹਿਰਦੇ ਤੇ ਬੇਰੀ, ਤੁਸਾਂ ਨੇ ਮੇਰੇ ਅੰਦਰ ਜਿਹੜੀਆਂ ਲੋਭ ਦੀਆਂ ਬੇੜੀਆਂ ਪਈਆਂ ਹੋਈਆਂ ਸੀ ਨਾ, ਲੋਭ ਦੀਆਂ ਬੇੜੀਆਂ, ਮੈਂ ਆਪਣੇ ਵਡੇਰੇ 40 ਤੋਂ ਵੱਧ ਕੇ 45 ਵੀ ਬਣਾ ਹਟਿਆ ਸਾਂ, ਰੁਕਦਾ ਮੈਂ ਅਜੇ ਨਹੀਂ ਪਿਆ ਸਾਂ। ਅੱਜ ਤੁਸਾਂ ਮੇਰੇ ਪੈਰਾਂ ਦੇ ਵਿੱਚੋਂ ਬੇੜੀਆਂ ਤੋੜ ਦਿੱਤੀਆਂ ਸਾਰੀਆਂ, ਮੈਨੂੰ ਮੁਕਤ ਕਰ ਦਿੱਤਾ। ਹਾਂਜੀ, ਮੁਝ ਕੋ ਪੰਥ ਬਤਾਇਓ ਨੀਕਾ, ਤੁਸਾਂ ਨੇ ਮੈਨੂੰ ਵਧੀਆ ਮਾਰਗ ਦੱਸਿਆ ਹੈ। ਭਲਾ ਕਰਨ ਆਏ ਸਭ ਹੀ ਕਾ, ਤੁਸੀਂ ਸਾਰਿਆਂ ਦਾ ਹੀ ਭਲਾ ਕਰਨ ਵਾਸਤੇ ਆਏ ਹੋ। ਕਿਤਕ ਦਿਵਸ ਗੁਰ ਤਹਾਂ ਬਿਤਾਏ, ਮਾਨਯੋਗ ਭਾਈ ਸਾਹਿਬ ਹੋਰੀ ਲਿਖਦੇ ਨੇ, ਕਿਤਕ ਦਿਵਸ ਗੁਰ ਤਾਹਾਂ ਬਿਤਾਏ, ਕੁਝ ਦਿਨ ਸਤਿਗੁਰੂ ਇੱਥੇ ਹੋਰ ਠਹਿਰੇ ਰਹੇ। ਸਰਬ ਲੋਕ ਤੈ ਸੁਖੀ ਬਸਾਏ, ਸਾਰਿਆਂ ਨੂੰ ਜੀ ਦਾਨ ਦਿੱਤਾ, ਨਾਮ ਦਾਨ ਦਿੱਤਾ, ਰੱਬ ਦੇ ਰਾਹ ਤੋਰਿਆ। ਨਾਮ ਦਾਨ ਕੀ ਸਿੱਖਿਆ ਦੀਨੀ, ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਗੁਰਮਤਿ ਦੀ ਸਿੱਖਿਆ ਦਿੱਤੀ। ਭਇਓ ਨਿਹਾਲ ਹਿਰਦੇ ਜਿਨ ਲੀਨੀ, ਔਰ ਉਹ ਨਿਹਾਲ ਹੋ ਗਿਆ ਜਿਸ ਨੇ ਸਤਿਗੁਰਾਂ ਦੀ ਸਿੱਖਿਆ ਨੂੰ ਆਪਣੀ ਝੋਲੀ ਵਿੱਚ ਪਾ ਕੇ ਸੰਭਾਲ ਲਿਆ, ਸੰਭਾਲ ਲਿਆ ਜਿਸ ਨੇ ਜੀ। ਤਰਾਸ ਦੇਸ਼ ਕੋ ਸਭ ਨਿਰਵਾਰਾ, ਗਿਆਨੀ ਗਿਆਨ ਸਿੰਘ ਹੋਣੀ ਹੀ ਸਾਡੇ ਇੱਕ ਹਿਸਟੋਰੀਅਨ ਨੇ, ਜਿਨ੍ਹਾਂ ਦੇ ਕੋਲੋਂ ਸੁਰਿੰਦਰ ਸਿੰਘ ਕੋਹਲੀ ਤੇ ਹੋਰ ਕਈ ਸੱਜਣਾ ਨੇ ਨਾ ਅਗਾਂ ਫਿਰ ਉਸ ਸੋਰਸਿਸ ਨੂੰ ਲੈ ਕੇ ਅਗਾਂ ਫਰਦਰ ਵਰਤਿਆ ਹੈ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਕਿ 1857 ਦੇ ਵਿੱਚ ਕਰੀਬ ਕਰੀਬ ਸਾਡੇ ਬਹੁਤ ਸਾਰੀ ਫੌਜ ਇੱਥੋਂ ਗਈ ਸੀ। 1871 ਵਿੱਚ ਖਿਮਾ ਕਰਨਾ, ਇੱਕ ਯੁੱਧ ਵਿੱਚ ਹਿੱਸਾ ਲੈਣ ਵਾਸਤੇ ਸਾਡੇ ਸਿੱਖ ਫੌਜੀਆਂ ਨੇ ਇਹ ਥਾਂ ਲੱਭਿਆ ਸੀ ਜਿੱਥੇ ਗੁਰੂ ਸਾਹਿਬ ਬੈਠੇ, ਕਾਇਆ ਦੇ ਇਲਾਕੇ ਦੇ ਵਿੱਚ, ਔਰ ਉੱਥੇ ਕੁਝ ਸਥਾਨ ਬਣਾਇਆ। ਫਿਰ ਉਸ ਤੋਂ ਬਾਅਦ ਜਿਸ ਵੇਲੇ ਫਸਟ ਵਰਲਡ ਵਾਰ ਹੋਈ ਹੈ, ਸਾਡੇ ਸਿੱਖ ਫੌਜੀ ਫਿਰ ਉੱਥੇ ਗਏ ਨੇ, ਫਿਰ ਉਹਨਾਂ ਨੇ ਉਸ ਸਥਾਨ ਦੀ ਸੰਭਾਲ ਕੀਤੀ ਹੈ। ਪਰ ਉਸ ਤੋਂ ਬਾਅਦ ਕੀ ਹੋਇਆ, ਹੁਣ ਵਰਲਡ ਵਾਰ ਖਤਮ ਹੋਈ ਨੂੰ 103 ਵਾਰਾ ਹੋ ਗਿਆ ਹੈ, ਸਦੀ ਪੂਰੀ ਬੀਤ ਗਈ ਹੈ। ਮਿਸਰ ਦੇ ਵਿੱਚ ਕੋਈ ਨਿਸ਼ਾਨ ਹੋਏਗਾ? ਮੇਰੇ ਪਾਸ ਕੋਈ ਇਨਫੋਰਮੇਸ਼ਨ ਨਹੀਂ ਹੈ, ਲੇਕਿਨ ਮਾਨਯੋਗ ਭਾਈ ਸਾਹਿਬ ਹੋਰੀ ਵੀ ਲਿਖ ਰਹੇ ਨੇ, ਹੋਰ ਸਾਡੇ ਜਿਹੜੇ ਸਾਖੀਕਾਰ ਨੇ, ਇਤਿਹਾਸਕਾਰ ਨੇ, ਉਹ ਵੀ ਸਾਰੇ ਦੱਸਦੇ ਨੇ ਕਿ ਸਤਿਗੁਰਾਂ ਨੇ ਉੱਥੇ ਵੀ ਗੁਰਮਤ ਦਾ ਬੀਜ ਬੀਜਿਆ, ਉੱਥੇ ਵੀ ਲੰਗਰ ਲਾਏ, ਉੱਥੋਂ ਦੇ ਬਾਦਸ਼ਾਹ ਨੂੰ ਵੀ ਸਿੱਧੇ ਰਾਹ ਤੇ ਤੋਰਿਆ। ਇਹ ਇਤਿਹਾਸ ਦੀ ਨਾ ਸਮੇਂ ਦੀ, ਇਹਨੂੰ ਕਿਹਾ ਜਾਂਦਾ ਸਿਤਮ ਜ਼ਰੀਫੀ, ਧੱਕਾ ਹੈ, ਇਹ ਸਿਤਮ ਜ਼ਰੀਫੀ ਹੈ। ਉਹ ਨਹੀਂ ਆਪਣੇ ਆਪ ਨੂੰ ਸਾਂਭ ਸਕੇ ਕਿ ਅਸੀਂ ਨਹੀਂ ਉਹਨਾਂ ਨੂੰ ਸਾਂਭ ਸਕੇ। ਇਹ ਕੀ ਹੋਇਆ ਹੈ, ਜੋ ਵੀ ਹੋਇਆ ਹੈ ਇਹ ਇਤਿਹਾਸ ਹੋ ਗਿਆ ਜੀ। ਕਾਰੂ ਨੀਕੇ ਮਗ ਮੈਂ ਡਾਰਾ, ਕਾਰੂ ਨੂੰ ਠੀਕ ਰਸਤੇ ਤੇ ਤੋੜ ਦਿੱਤਾ। ਬੌਰ ਗਸਨ ਕੀ ਕੀਨੀ ਤਿਆਰੀ, ਫਿਰ ਸਤਿਗੁਰੂ ਮਹਾਰਾਜ ਅੱਗੇ ਤੁਰਨ ਲੱਗੇ। ਤਬ ਕਾਰੂ ਅਸ ਗਿਰਾ ਉਚਾਰੀ, ਫਿਰ ਕਾਰੂ ਨੇ ਬੇਨਤੀ ਕੀਤੀ, ਕਿਰਪਾ ਧਾਰ ਰਹੀਏ ਮੁਝ ਪਾਸੋ। ਇਹ ਬਚਨ ਕਰਕੇ ਆਪਾਂ ਰੁਕ ਜਾਂਦੇ ਹਾਂ। ਕਹਿਣ ਲੱਗਾ, ਪਾਤਸ਼ਾਹ ਤੁਸੀਂ ਸਦਾ ਹੀ ਮੇਰੇ ਕੋਲ ਰਹੋ। ਗਮਨਨ ਤਿਆਰ ਪਏ ਕਿਉਂ ਆਸੋ, ਤੁਸੀਂ ਐਡੀ ਛੇਤੀ ਕਿਉਂ ਤਿਆਰ ਹੋ ਪਏ ਹੋ? ਮੈਂ ਸੇਵਕ ਸਭ ਭਾਂਤ ਤੁਮਾਰਾ, ਮੈਂ ਹਰ ਤਰ੍ਹਾਂ ਕਰਕੇ ਤੁਹਾਡਾ ਸੇਵਕਾਂ ਸਿੱਖਾਂ। ਸਰਵ ਦੇਸ਼ ਕੀ ਨੋ ਨਿਸਤਾਰਾ, ਤੁਸਾਂ ਨੇ ਸਾਰੇ ਮੇਰੇ ਦੇਸ਼ ਦਾ ਉਧਾਰ ਕਰ ਦਿੱਤਾ ਹੈ। ਸੁਨ ਕੇ ਬੋਲੇ ਕਿਰਪਾ ਨਿਦਾਨਾ, ਸੁਣ ਕੇ ਸਤਿਗੁਰਾਂ ਨੇ ਆਖਿਆ, ਸਿਮਰੋ ਨਾਮ ਹੋਏ ਕਲਿਆਣਾ। ਕਹਿਣ ਲੱਗੇ, ਕਰਤਾਰ ਨਾਲ ਜੁੜ ਜਾਓ, ਜਿਹੜਾ ਜੁੜ ਜਾਏਗਾ ਉਹਦਾ ਕਲਿਆਣ ਹੋ ਜਾਏਗਾ। ਹਾਂਜੀ, ਹਿਰਦੇ ਧਿਆਨ ਆਪਣੇ ਤੁਮ ਧਾਰੋ, ਉਸ ਕਰਤਾਰ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰੋ। ਇਹੀ ਹਮਾਰੋ ਮਿਲਨ ਵਿਚਾਰੋ, ਇਹੀ ਸਾਡਾ ਮਿਲਾਪ ਹੈ, ਇਹੀ ਸਾਡਾ ਮਿਲਾਪ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਆਖੇ ਨੇ ਉਹ ਆਪਾਂ ਸਾਰੇ ਆਖੀਏ ਤੇ ਸ਼ੀਸ਼ ਨਿਵਾਈਏ ਮਹਾਰਾਜ ਦੇ ਚਰਨਾਂ ਵਿੱਚ। ਕਾਰੂ ਨੂੰ ਮੁਕਤ ਕੀਤਾ, ਸਾਰੇ ਮੁਲਕ ਨੂੰ ਮੁਕਤ ਕੀਤਾ, ਸਾਰੇ ਇਲਾਕੇ ਨੂੰ ਮੁਕਤ ਕੀਤਾ। ਤੇ ਮਹਾਰਾਜ ਗੁਰੂ ਕਹਿਣ ਲੱਗੇ, ਗੁਰੂ ਅਰਜਨ ਸਾਹਿਬ, ਗਿਆਨ ਧਿਆਨ ਕਿਛ ਕਰਮ ਨਾ ਜਾਣਾ।
नहीं कुछ होर चाहिए। गुरु नानक साहब ने सारिਆਂ ਨੂੰ पासे कर दिता, इन्हां सारिਆਂ कुछ ਨੂੰ। सार ना जाना तेरी पर सब ते वड्डा सतगुरु नानक, जिन कल राखी मेरी जिन कल राखी मेरी, जिन कल राखी मेरी, जिन कल राखी मेरी। बचन तो पंजवें पातशाह दे ने, तुहानू सारिਆਂ ਨੂੰ पता है। पर इवें कारू नहीं बोल रहा सी भला, मैनू कोई कर्म कांड नहीं दिता, कुछ होर नहीं किसी पासे तोरिया, आखिया तू खिदमत करया कर, सेवा करया कर, रब दे राह ते तुर, जीवन सफल हो जाएगा। सब ते वड्डा सतगुरु नानक, जिन कल राखी मेरी, जिन कल राखी मेरी, जिन कल राखी मेरी, जिन कल राखी मेरी। इन्हीं सेवा प्रवान करियो जे। मैं कामना करदा गुरु पातशाह कृपा करन, जिवें कारू नूं निवाजिया ने, साडे हिरदे दे अंदर, किसे दे हिरदे अंदर भी किते कारू वाली कमजोर बिरती होवे, सानू सबना नूं निवाज देन, अपने चरनां नाल जोड़न, साडे सबना दा जीवन सफल करन। भुल्लां दी खिमा बख्शियो जे। सबब नाल आया सी दर्शन करन वास्ते ते तुहाडी खिदमत विच हाज़र होया सेवा करन वास्ते। अज दी इन्नी सेवा प्रवान करियो जे। सवेरे हाज़री भर के जाना होवेगा अगे। भुल्लां दी खिमा बख्शियो जे, असीसां बख्शियो जे। आओ सारे प्यार नाल शब्द पढ़िए। हे अच्युत हे पार ब्रह्म अविनाशी अगनाश, हे पूरण हे सर्वमय दुख पंजन गुण हे संगी हे निरंकार, हे निर्गुण सब, हे गोबिंद हे गुण निदान, जांकै सदा हे अपरंपर हर हरे है पी होवन, हे संता कै सदा संग निधारा, हे ठाकुर हों दासरो मैं निर्गुण, नानक दीजै नाम दान राखों हियै, आए प्रभु शरणागति कृपा निध, एक अखार हार मानु बस्त नानक होत, आए प्रभु शरणागति कृपा निध, एक अखार हार मानु बस्त नानक होत निहाल। वाहिगुरु जी का खालसा, वाहिगुरु जी की फतेह। सच नानक होसी सच एक ओंकार सतनाम करता पुरख निर्भय निर्वैर अकाल मूरत आजुनी सैभं गुर प्रसाद जप आद सच जुगाद सच मैं भी सच नानक होसी सच एक ओंकार सतनाम करता अकाल मूरत आजुनी सैभं गुर प्रसाद जप आद सच जुगाद सच
सच है भी सच नानक होसी भी सच नानक नाम चढ़ी कला तेरे भाने सरबत दा भला वाहिगुरू जी का खालसा वाहिगुरू जी की फतेह। ਵਾਹਿਗੁਰੂ। श्री वाहेगुरु। मैं ताण दी बाण तू है मेरे स्वामी, मैं तुद आगे अरदास। मैं होर थाऊ नहीं जिस पे करो बेनंती, मैं होर था नहीं जिस पे करूं बेनंती। मेरा दुख सुख तुझ ही पास, तुझ ही पास। तुद आगे अरदास हमारी, जियो पिंड सब तेरा।
ਕਹੋ ਨਾਨਕ ਸਭ